ਵਾਹਿਗੁਰੂ ਜੀ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਮੈਂ ਕਿਆ ਮੰਗੂ ਕਿਛ ਥਿਰ ਨ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਮੈਂ ਕਿਆ ਮੰਗੂ ਕਿਛ ਥਿਰ ਨ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਆਸਾ ਲੰਕਾ ਸਾ ਕੋਟ, ਸਮੁੰਦ ਸੀ ਖਾਈ, ਤਿਹ ਰਾਵਣ ਘਰ ਖਬਰ ਨ ਪਾਈ। ਲੰਕਾ ਸਾ ਕੋਟ ਸਮੁੰਦ ਸੀ ਖਾਈ, ਤਿਹ ਰਾਵਣ ਘਰ ਖਬਰ ਨ ਪਾਈ। ਕਿਆ ਮਾਂਗੂ ਕਿਛ ਥਿਰ ਨ ਰਹਾਈ, ਦੇਖਤ ਨੈਣ ਚਲਿਓ ਜਗ ਜਾਈ। ਰਹਾਉ ਇਕ ਲਖ ਪੂਤ ਸਵਾ ਲਖ ਨਾਤੀ, ਤੇ ਰਾਵਣ ਕਰ ਦਿਆ ਨ ਬਾਤੀ। ਚੰਦ ਸੂਰਜ ਜਾ ਕੇ ਤਪਤ ਰਸੋਈ, ਵੈ ਸੰਤਰ ਜਾ ਕੇ ਕਪਰੇ ਧੋਈ। ਗੁਰਮਤਿ ਰਾਮੈ ਨਾਮ ਵਸਾਈ, ਅਸਥਿਰ ਰਹਿ ਨ ਕਤਹੂ ਜਾਈ। ਕਹਿਤ ਕਬੀਰ ਸੁਨੋ ਰੇ ਲੋਈ, ਰਾਮ ਨਾਮ ਬਿਨ ਮੁਕਤ ਨ ਹੋਈ। ਕਹਿਤ ਕਬੀਰ ਸੁਨੋ ਰੇ ਲੋਈ, ਰਾਮ ਨਾਮ ਬਿਨ ਮੁਕਤ ਨ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗਹੁ ਜੁਗ ਅਟਲ ਬਾਣੀ ਕੇ ਬੋਹਿਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਸੁਭਾਏਮਾਨ ਹੋਏ ਬੈਠੇ ਸਤਸੰਗੀ ਜਨੋ, ਸਤਿਗੁਰਾਂ ਨੇ ਕਿਰਪਾ ਕੀਤੀ, ਭਗਤਾਂ ਦੀ ਬਾਣੀ ਨੂੰ ਵਿਚਾਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਸਾ ਰਾਗ ਦੇ ਵਿੱਚ
ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ 21 ਨੰਬਰ ਸ਼ਬਦ ਪੰਜ ਪਦੇ ਦੇ ਸਿਰਲੇਖ ਹੇਠ ਅਤੇ ਇੱਕ ਤੁਕੇ ਵਾਲਾ ਇਹ ਸ਼ਬਦ ਹੈ। ਪਾਵਨ ਅੰਕ 481 ਦੇ ਉੱਤੇ ਇਹ ਦਰਗਾਹੀ ਬੋਲ ਦਰਜ ਹਨ। ਇਸ ਸ਼ਬਦ ਦੇ ਰਾਹੀਂ ਭਗਤ ਕਬੀਰ ਸਾਹਿਬ ਜੀ ਨੇ ਲੋਕਾਂ ਦੇ ਜੋ ਆਮ ਖਿਆਲ ਰਾਵਣ ਦੇ ਵਡੱਪਣ ਬਾਬਤ ਬਣੇ ਹੋਏ ਸਨ, ਉਹਨਾਂ ਦਾ ਹਵਾਲਾ ਦੇ ਕਰਕੇ ਸਾਨੂੰ ਸਮਝਾਉਣਾ ਕੀਤਾ ਹੈ ਕਿ ਜੋ ਰਾਵਣ ਤੁਹਾਡੇ ਖਿਆਲਾਂ ਅਨੁਸਾਰ ਇਤਨਾ ਬਲੀ, ਧਨੀ, ਵੱਡੇ ਪਰਿਵਾਰ ਵਾਲਾ ਸੀ, ਉਸਦਾ ਵੀ ਹੁਣ ਕਿਤੇ ਨਾਮ ਨਿਸ਼ਾਨ ਨਹੀਂ ਰਿਹਾ। ਰਾਵਣ ਦੇ 1 ਲੱਖ ਪੁੱਤਰ, 1.25 ਲੱਖ ਪੋਤਰੇ ਸੱਚਮੁੱਚ ਸਨ ਜਾਂ ਨਹੀਂ ਸਨ। ਕਬੀਰ ਸਾਹਿਬ ਨੂੰ ਇਸ ਨਾਲ ਕੋਈ ਗਰਜ ਨਹੀਂ ਹੈ, ਪਰ ਲੋਕਾਂ ਦੇ ਖਿਆਲ ਨੂੰ ਇਸ ਸ਼ਬਦ ਦੇ ਰਾਹੀਂ ਪ੍ਰਗਟ ਕੀਤਾ ਹੈ ਔਰ ਸਾਨੂੰ ਅਸਲੀਅਤ ਤੋਂ ਜਾਣੂ ਕਰਾਇਆ ਹੈ। ਕਿਉਂਕਿ ਕੁਛ ਵਿਚਾਰਾਂ ਜਦੋਂ ਅਸੀਂ ਬਾਣੀ ਵਿੱਚ ਸਰਵਣ ਕਰਦੇ ਹਾਂ, ਉਹ ਇੱਕ ਖਿਆਲ ਚੱਲਦੇ ਆ ਰਹੇ ਹੁੰਦੇ ਹਨ। ਉਹਨਾਂ ਖਿਆਲਾਂ ਨੂੰ ਹੀ ਆਪਣੀ ਬਾਣੀ ਦੇ ਵਿੱਚ ਕਵਿਤਾ ਰੂਪ ਦੇ ਕੇ ਇੱਕ ਸੱਚ ਨੂੰ ਬਿਆਨ ਕੀਤਾ ਜਾਂਦਾ ਹੈ। ਉਸਦਾ ਅਰਥ ਇਹ ਨਹੀਂ ਹੁੰਦਾ ਕਿ ਕਬੀਰ ਸਾਹਿਬ ਉਸ ਗੱਲ ਦੇ ਉੱਤੇ ਮੋਹਰ ਲਾ ਰਹੇ ਹਨ। 1 ਲੱਖ ਪੁੱਤਰ ਸਨ, 1.25 ਲੱਖ ਨਾਤੀ ਸਨ, ਜਾਂ ਜਿਵੇਂ ਉਹਨਾਂ ਨੇ ਵਿਚਾਰਾਂ ਰੱਖੀਆਂ, ਵੈਸੰਤਰ ਵਾਕੇ ਕੱਪੜੇ ਧੋਈ ਦੀ ਖਿਆਲ ਨੇ, ਜਾਂ ਤਪਤ ਰਸੋਈ ਦੀ ਗੱਲ ਹੈ ਚੰਦ ਸੂਰਜ ਦੀ। ਸੋ ਇਹ ਕੁਝ ਖਿਆਲਾਤ ਲੋਕਾਂ ਦੇ ਬਣੇ ਹੋਏ ਸਨ, ਪਰ ਉਹਨਾਂ ਨੇ ਇੱਕ ਸੱਚ ਦੇ ਉੱਤੇ ਜੋ ਪਿਆ ਪਰਦਾ ਸੀ ਉਹਨੂੰ ਲਾਉਣ ਦਾ ਸ਼ਬਦ ਦੇ ਰਾਹੀਂ ਯਤਨ ਕੀਤਾ ਕਿ ਅਸੀਂ ਰੱਬ ਕੋਲ ਨੂੰ ਕੀ ਮੰਗ ਕਰੀਏ ਕਿ ਕੋਈ ਚੀਜ਼ ਇਸ ਸੰਸਾਰ ਦੇ ਵਿੱਚ ਸਦਾ ਸਥਿਰ ਰਹਿਣ ਵਾਲੀ ਨਹੀਂ ਹੈ। ਸਾਡੀ ਅੱਖਾਂ ਦੇ ਸਾਹਮਣੇ ਵੇਂਦਿਆਂ ਵੇਂਦਿਆਂ ਇਹ ਜਗਤ ਇੱਥੋਂ ਤੁਰਿਆ ਜਾ ਰਿਹਾ ਹੈ। ਜੀਵ ਇੱਥੋਂ ਸਾਨੂੰ ਛੱਡ ਕੇ ਜਾ ਰਹੇ ਨੇ। ਹਰ ਇੱਕ ਜੀਵ ਨੇ ਨਾਸ ਹੋ ਜਾਣਾ ਹੈ। ਇਸ ਕਰਕੇ ਕਿਹੜੀ ਸਹਿ ਹੈ ਜਿਸ ਦੀ ਮੰਗ ਕਰੀਏ। ਸੋ ਆਓ ਅੱਜ ਦੇ ਪਾਵਨ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਜੋ ਅੱਜ ਦੇ ਸ਼ਬਦ ਦੇ ਵਿਚਾਰ ਹਨ, ਮਨੋਬਿਰਤੀਆਂ ਇਕਾਗਰ ਕਰੋ। ਪ੍ਰੇਮ ਸਹਿਤ ਗੁਰਮੰਤਰ ਦੀ ਸਾਂਝ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਹਿਰ ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ। ਮਨੁੱਖ ਨੇ ਸੰਸਾਰ ਦੇ ਵਿੱਚ ਆ ਕੇ ਬੇਅੰਤ ਸੁਪਨੇ ਸੰਜੋਏ ਹਨ ਔਰ ਮਨੁੱਖ ਸੁਪਨਿਆਂ ਦੇ ਵਿੱਚ ਹੀ ਜਿਉਂਦਾ ਹੈ। ਬਹੁਤ ਸਾਰੇ ਸੁਪਨੇ ਇਹਦੇ ਸਾਕਾਰ ਹੋ ਜਾਂਦੇ ਹਨ ਅਤੇ ਬਹੁਤ ਸਾਰੇ ਸੁਪਨੇ ਇਹ ਲੈ ਕੇ ਸੰਸਾਰ ਤੋਂ ਰੁਖਸਤ ਹੋ ਜਾਂਦਾ ਹੈ, ਚਲਾ ਜਾਂਦਾ ਹੈ। ਔਰ ਸੰਸਾਰ ਦੇ ਵਿੱਚ ਆ ਕੇ ਮਨੁੱਖ ਇੱਥੇ ਆਪਣੀ ਪਕੜ ਬਣਾਉਣੀ ਚਾਹੁੰਦਾ ਹੈ ਔਰ ਜਿਨ੍ਹਾਂ ਦੀਆਂ ਇਹ ਕਥਾ ਕਹਾਣੀਆਂ, ਜਿਨ੍ਹਾਂ ਦੇ ਕਿੱਸੇ ਮਨੁੱਖ ਸੁਣਦਾ ਹੈ, ਇਹ ਯਤਨ ਕਰਦਾ ਹੈ ਕਿ ਇਸ ਤਰ੍ਹਾਂ ਦਾ ਮੈਂ ਵੀ ਬਣ ਜਾਵਾਂ। ਭਾਵੇਂ ਉਹ ਰਾਵਣ ਹੋਇਆ, ਭਾਵੇਂ ਹੋਰ ਵੱਡੇ ਵੱਡੇ ਰਾਜੇ ਮਹਾਰਾਜੇ ਹੋਏ, ਕਿਤੇ ਨਾ ਕਿਤੇ ਮਨੁੱਖ ਦੇ ਜ਼ਿਹਨ ਵਿੱਚ ਇਸ ਤਰ੍ਹਾਂ ਦੀ ਜਿਹੜੀ ਵਿਚਾਰ ਹੈ ਉਹ ਪੈਦਾ ਹੁੰਦੀ ਹੈ ਕਿ ਮੈਂ ਵੀ ਇਤਨਾ ਧਨ ਇਕੱਠਾ ਕਰ ਲਵਾਂ, ਮੇਰੇ ਕੋਲ ਵੀ ਐਸਾ ਮਹਿਲ ਹੋਵੇ,
ਮੇਰੇ ਕੋਲ ਵੀ ਸੰਸਾਰ ਦੀਆਂ ਇਹ ਸੁੱਖ ਸਹੂਲਤਾਂ ਜਿਹੜੀਆਂ ਨੇ ਉਹ ਹੋਣ। ਇਹ ਗੱਲ ਯਾਦ ਰੱਖਣਾ, ਦੋ ਚੀਜ਼ਾਂ 'ਚ ਫਰਕ ਹੈ। ਇੱਕ ਹੁੰਦੀ ਹੈ ਸਹੂਲਤ, ਇੱਕ ਹੁੰਦਾ ਸੁੱਖ। ਅਸੀਂ ਜਦੋਂ ਮਨੁੱਖ ਨੂੰ ਵੇਖਦੇ ਹਾਂ, ਇਹ ਅਸਲ ਦੇ ਵਿੱਚ ਸਹੂਲਤ ਦੇ ਪਿੱਛੇ ਦੌੜ ਰਿਹਾ ਹੁੰਦਾ ਹੈ, ਕਿਉਂਕਿ ਮਨੁੱਖ ਨੂੰ ਸੁੱਖ ਦੀ ਵਾਕਫੀਅਤ ਨਹੀਂ ਹੈ, ਸੁੱਖ ਦੀ ਜਾਣਕਾਰੀ ਨਹੀਂ ਹੈ, ਸੁੱਖ ਦੀ ਸਮਝ ਨਹੀਂ ਹੈ। ਇਸ ਕਰਕੇ ਮਨੁੱਖ ਜਿਤਨੇ ਵੀ ਯਤਨ ਕਰਦਾ ਹੈ ਸਹੂਲਤ ਦੀ ਪ੍ਰਾਪਤੀ ਵਾਸਤੇ ਕਰਦਾ ਹੈ। ਭਾਵੇਂ ਉਹ ਰਹਿਣ ਵਾਸਤੇ ਮਕਾਨ ਇੱਕ ਸਹੂਲਤ ਹੈ, ਭਾਵੇਂ ਕਾਰ ਹੈ, ਇਸਦੇ ਪੈਰਾਂ ਦੀ ਸੱਤਾ ਬਣਦੀ ਹੈ, ਭਾਵੇਂ ਸੰਸਾਰ ਦੇ ਹੋਰ ਜਿਤਨੇ ਵੀ ਪਦਾਰਥ ਹਨ, ਜਿਤਨੀਆਂ ਵੀ ਸਹੂਲਤਾਂ ਹਨ, ਇਹ ਮਨੁੱਖ ਸੋਚਦਾ ਕਿ ਸਹੂਲਤਾਂ ਮੈਂ ਬਹੁਤੀਆਂ ਇਕੱਠੀਆਂ ਕਰ ਲਵਾਂਗਾ ਤਾਂ ਇੱਕ ਦਿਨ ਸੁਖੀ ਹੋ ਜਾਵਾਂਗਾ। ਇਸ ਤਰ੍ਹਾਂ ਦਾ ਮਨੁੱਖ ਦਾ ਵਿਚਾਰ ਹੈ। ਇਸ ਕਰਕੇ ਜਿਸ ਨੂੰ ਵੀ ਦੇਖੀਏ ਤੇ ਤਕਰੀਬਨ ਹਰ ਇੱਕ ਮਨੁੱਖ ਸਹੂਲਤ ਦੇ ਪਿੱਛੇ ਦੌੜ ਰਿਹਾ ਹੈ, ਸਹੂਲਤ ਇਕੱਠੀ ਕਰਨ ਵਾਸਤੇ ਯਤਨਸ਼ੀਲ ਹੈ, ਔਰ ਸੁੱਖ ਦੀ ਮਨੁੱਖ ਨੂੰ ਸਾਰ ਨਹੀਂ। ਗੁਰਬਾਣੀ ਇਹ ਨਹੀਂ ਕਹਿੰਦੀ ਵੀ ਸਹੂਲਤ ਇਕੱਠੀ ਨਾ ਕਰੋ। ਜਦੋਂ ਗੁਰਬਾਣੀ ਇਹ ਕਹਿੰਦੀ ਇੱਥੇ ਕੁਛ ਸਥਿਰ ਨਹੀਂ ਰਹਿਣਾ, ਸਭ ਨਾਸਵੰਤ, ਇਸ ਦਾ ਅਰਥ ਇਹ ਨਹੀਂ ਵੀ ਤੁਸੀਂ ਆਪਣੇ ਬੱਚਿਆਂ ਵਾਸਤੇ ਕੁਛ ਨਾ ਕਰੋ। ਇਹ ਵੀ ਅਰਥ ਨਹੀਂ ਹਨ। ਜਦੋਂ ਗੁਰਬਾਣੀ ਕਹਿੰਦੀ ਹੈ ਸਭ ਕੁਝ ਨਾਸਵੰਤ ਹੈ, ਵਿਨਸਨਹਾਰ ਹੈ, ਚਲਾਏਮਾਨ ਹੈ, ਉਹਦਾ ਅਰਥ ਇਹ ਬਿਲਕੁਲ ਨਹੀਂ ਹੈ ਕਿ ਤੁਸੀਂ ਉੱਦਮ ਨਹੀਂ ਕਰਨਾ, ਤੁਸੀਂ ਸਹੂਲਤਾਂ ਇਕੱਠੀਆਂ ਨਹੀਂ ਕਰਨੀਆਂ, ਤੁਸੀਂ ਸੁੱਖ ਸੰਸਾਰ ਦੇ ਇਕੱਤਰ ਨਹੀਂ ਕਰਨੇ। ਇਹ ਵੀ ਅਰਥ ਨਹੀਂ ਹਨ। ਇਹ ਵਿਸ਼ਾ ਬੜਾ ਸਮਝਣ ਵਾਲਾ ਹੈ। ਅਸਲ ਦੇ ਵਿੱਚ ਅਸੀਂ ਕਈ ਵਾਰੀ ਬਹੁਤ ਕੁਝ ਇਕੱਠਾ ਕਰ ਲੈਂਦੇ ਹਾਂ, ਔਰ ਉਸ ਨੂੰ ਇਕੱਠਾ ਕਰਨ ਤੋਂ ਬਾਅਦ ਅਸੀਂ ਸੋਚਦੇ ਹਾਂ ਕਿ ਇਸ ਨੂੰ ਮਾਣਾਂਗੇ, ਪਰ ਸਾਨੂੰ ਉਸ ਨੂੰ ਮਾਣਨ ਦਾ ਸਮਾਂ ਹੀ ਨਹੀਂ ਮਿਲਦਾ। ਔਰ ਜ਼ਰੂਰੀ ਨਹੀਂ ਕਿ ਸਹੂਲਤ ਸਾਡੇ ਕੋਲ ਬਹੁਤੀ ਇਕੱਠੀ ਹੋ ਜਾਏ ਅਤੇ ਅਸੀਂ ਉਸ ਦੇ ਵਿੱਚੋਂ ਸੁਖੀ ਹੋ ਜਾਈਏ, ਤ੍ਰਿਪਤ ਹੋ ਜਾਈਏ, ਖੁਸ਼ ਹੋ ਜਾਈਏ, ਸਾਡੇ ਦੁੱਖ ਖਤਮ ਹੋ ਜਾਣ। ਐਸਾ ਵੀ ਨਹੀਂ ਹੈ, ਕਿਉਂਕਿ ਜਦੋਂ ਮਨੁੱਖ ਕੋਲ ਸਾਰੇ ਸੁੱਖ ਹੁੰਦੇ ਨੇ, ਜਦੋਂ ਉਹਨੂੰ ਵੇਖੋ ਤਾਂ ਉਹ ਆਪਣੇ ਦੁੱਖ ਗਿਣਾ ਰਿਹਾ ਹੁੰਦਾ ਹੈ। ਕਿਉਂਕਿ ਕਈ ਵਾਰੀ ਬਹੁਤ ਸਾਰੀਆਂ ਚੀਜ਼ਾਂ ਨੂੰ ਮੰਨਣ ਵਾਲਾ ਮਨੁੱਖ ਵੀ ਦੁਖੀ ਹੁੰਦਾ। ਇਸ ਕਰਕੇ ਮਹਾਰਾਜ ਨੇ ਕਿਹਾ, ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ। ਜਿਸ ਦੇ ਘਰ ਦੇ ਵਿੱਚ ਬਹੁਤਾ ਧਨ ਆ ਗਿਆ ਅਤੇ ਕੋਈ ਨਾ ਕੋਈ ਚਿੰਤਾ ਉਸ ਨੂੰ ਪੈਦਾ ਹੋ ਗਈ। ਧਨ ਬਹੁਤਾ ਇਕੱਠਾ ਕਰ ਲਿਆ, ਸਹੂਲਤਾਂ ਬਹੁਤੀਆਂ ਇਕੱਠੀਆਂ ਹੋ ਗਈਆਂ, ਸੁੱਖ ਸਾਧਨ ਬਹੁਤ ਸਾਰੇ ਇਕੱਤਰ ਕਰ ਲਏ, ਚਿੰਤਾ ਵਿੱਚ ਜੀ ਰਿਹਾ, ਉਹ ਵੀ ਦੁੱਖ ਹੈ। ਕਈ ਵਾਰੀ ਅਸੀਂ ਦੇਖਦੇ ਹਾਂ ਕਿ ਕਿਸੇ ਮਨੁੱਖ ਦੇ ਕੋਲ ਸਹੂਲਤਾਂ ਪੂਰੀਆਂ ਹੁੰਦੀਆਂ ਨੇ, ਪਰ ਉਸ ਦੇ ਵਿੱਚ ਬੜਾ ਖੁਸ਼ਹਾਲ, ਬੜਾ ਤ੍ਰਿਪਤ ਨਜ਼ਰ ਆ ਰਿਹਾ ਹੁੰਦਾ ਹੈ। ਸਹੂਲਤਾਂ ਭਾਵੇਂ ਘੱਟ ਨੇ, ਪਰ ਉਸ ਦੇ ਵਿੱਚ ਵੀ ਉਹ ਕਹਿ ਰਿਹਾ ਬੜੀ ਕਿਰਪਾ ਹੈ, ਆਨੰਦ ਹੈ, ਬੜੀ ਬਖਸ਼ਿਸ਼ ਹੈ। ਹੁਣ ਕਿਹੜਾ ਰਸਤਾ ਸਹੀ ਹੈ ਕਿ ਬਹੁਤਾਂ ਸਹੂਲਤਾਂ ਇਕੱਠਾ ਕਰਕੇ ਮਨੁੱਖ ਫਿਰ ਵੀ ਦੁਖੀ ਹੋ ਰਿਹਾ ਹੈ, ਅਤੇ ਸਹੂਲਤਾਂ ਜਿਹੜੀਆਂ ਘੱਟ ਹੋ ਕੇ ਵੀ ਕਈ ਵਾਰੀ ਬੰਦਾ ਲੱਗਦਾ ਬੜਾ ਪ੍ਰਸੰਨ ਹੈ, ਉਹਦੇ ਵਿੱਚ ਤ੍ਰਿਪਤ ਹੈ। ਇਸ ਕਰਕੇ ਗੁਰਮਤਿ ਨੇ ਸਾਨੂੰ ਇੱਕ ਮਾਰਗ ਦਰਸਾਇਆ, ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋਰੀ ਸੋ ਫਿਰੈ ਪਰਮਿੰਤਾ। ਦੋ ਅਵਸਥਾ ਤੇ ਜੋ ਨਰ ਮੁਕਤਾ, ਸੋਈ ਸੁਹੇਲਾ ਭਾਲੀਐ। ਅਸਲ ਵਿੱਚ ਇਹ ਮਨੋਦਸ਼ਾ ਹੈ, ਮਨੋਦਸ਼ਾ ਹੈ ਕਿ ਬਹੁਤਾ ਧਨ ਜਦੋਂ ਇਕੱਠਾ ਕਰਦੇ ਹਾਂ, ਇੱਕ ਮਨੋਦਸ਼ਾ ਹੈ। ਧਨ ਦੀ ਘਾਟ ਹੋਵੇ, ਇਹ ਵੀ ਇੱਕ ਮਨੋਦਸ਼ਾ ਹੈ ਮਨੁੱਖ ਦੀ ਕਿ ਮੇਰੇ ਕੋਲ ਧਨ ਘੱਟ ਹੈ, ਇਸ ਕਰਕੇ ਮੈਂ ਦੁਖੀ ਹਾਂ। ਧਨ ਬਹੁਤਾ ਹੈ ਤਾਂ ਵੀ ਉਹ ਦੁਖੀ ਹੈ, ਇਹ ਵੀ ਇੱਕ ਮਨੋਦਸ਼ਾ ਹੈ ਬੰਦੇ ਦੀ। ਸੁੱਖ ਦੇ ਨਾਲ ਇਸਦਾ ਕੋਈ ਸੰਬੰਧ ਨਹੀਂ ਹੈ। ਇਸ ਕਰਕੇ ਗੁਰਬਾਣੀ ਨੇ ਆਖਿਆ ਕਿ ਜਿਸ ਦੇ ਘਰ ਦੇ ਵਿੱਚ ਜਦੋਂ ਇੱਕ ਸਾਰਤਾ ਦੀ ਗੱਲ ਆਈ ਨਾ, ਦੋ ਅਵਸਥਾ ਤੇ ਜੋ ਨਰ ਮੁਕਤਾ, ਜਿਹੜਾ ਬੰਦਾ ਘਾਟ ਤੇ ਬਾਦ ਦੇ ਚੱਕਰਾਂ ਵਿੱਚੋਂ ਨਿਕਲ ਗਿਆ, ਦੋਨਾਂ ਅਵਸਥਾ ਵਿੱਚੋਂ, ਗਰੀਬੀ ਤੇ ਅਮੀਰੀ, ਬਹੁਤੀਆਂ ਸਹੂਲਤਾਂ ਤੇ ਘੱਟ ਸਹੂਲਤਾਂ ਵਿੱਚੋਂ ਜਿਹੜਾ ਉਪਰਾਮ ਹੋ ਗਿਆ ਹੈ, ਜਿਹੜੇ ਇਹਨਾਂ ਖਿਆਲਾਂ 'ਚੋਂ ਆਪਣੇ ਆਪ ਨੂੰ ਜਿਸ ਨੇ ਬਚਾ ਲਿਆ ਕਿ ਮੇਰੇ ਕੋਲ ਸਹੂਲਤ ਵੱਧ ਹੈ,
ਜਾਂ ਮੇਰੇ ਕੋਲ ਸਹੂਲਤ ਘੱਟ ਹੈ। ਇਹ ਦੋ ਤਰ੍ਹਾਂ ਦੇ ਖਿਆਲ ਨੇ ਮਨੁੱਖ ਦੀ ਜ਼ਿੰਦਗੀ ਵਿੱਚ। ਜਦੋਂ ਬੰਦੇ ਨੂੰ ਲੱਗਦਾ ਹੈ ਕਿ ਜੇ ਮੇਰੇ ਕੋਲ ਇਹ ਹੁੰਦਾ ਤਾਂ ਮੈਂ ਸੁਖੀ ਹੁੰਦਾ, ਜੇ ਮੈਂ ਦੁਖੀ ਹਾਂ ਅਤੇ ਮੇਰੇ ਕੋਲ ਇਹ ਸਾਰੀਆਂ ਚੀਜ਼ਾਂ ਨਹੀਂ ਹਨ। ਇੱਕ ਅਸੀਂ ਦੇਖਦੇ ਹਾਂ ਜਿਹਦੇ ਕੋਲ ਸਾਰੇ ਪਦਾਰਥ ਨੇ, ਉਹ ਵੀ ਦੁਖੀ ਹੈ, ਉਹ ਵੀ ਰਾਤ ਨੂੰ ਨੀਂਦ ਦੀ ਗੋਲੀ ਖਾ ਰਿਹਾ ਹੈ। ਔਰ ਇੱਕ ਬੰਦੇ ਕੋਲ ਕੁਛ ਵੀ ਨਹੀਂ ਹੈ, ਉਹ ਵੀ ਦੁਖੀ ਹੈ। ਉਹ ਕਹਿੰਦਾ ਵੀ ਜਿਹੜੇ ਘਰ ਵੱਡੇ ਕੋਲ ਨੇ, ਅਮੀਰ ਬੰਦੇ ਕੋਲ ਨੇ, ਉਹ ਮੇਰੇ ਕੋਲ ਸੁੱਖ ਸਹੂਲਤਾਂ ਨਹੀਂ ਹਨ। ਉਹ ਏਸੀ ਵਿੱਚ ਰਹਿੰਦਾ, ਉਹਦੇ ਕੋਲ ਗੱਡੀਆਂ ਨੇ, ਉਹਦੇ ਕੋਲ ਸੰਸਾਰ ਦੇ ਸੁੱਖ ਨੇ। ਦੁਖੀ ਦੋਵੇਂ ਨੇ, ਅਮੀਰ ਵੀ ਦੁਖੀ ਹੋ ਰਿਹਾ, ਗਰੀਬ ਵੀ ਦੁਖੀ ਹੋ ਰਿਹਾ, ਕਿਉਂਕਿ ਇੱਕ ਮਨੋਦਸ਼ਾ ਹੈ ਬੰਦੇ ਦੀ। ਗੁਰਬਾਣੀ ਕਹਿੰਦੀ ਹੈ ਕਿ ਇਹਨਾਂ ਦੋਨਾਂ ਅਵਸਥਾ ਵਿੱਚ ਜਿਹੜਾ ਬੰਦਾ ਉਪਰਾਮ ਹੋ ਜਾਏਗਾ, ਦੋ ਅਵਸਥਾ 'ਤੇ ਜੋ ਨਰ ਮੁਕਤਾ ਸੋਈ ਸੁਹੇਲਾ ਭਾਲੀਆ। ਸੁਖੀ ਉਹੀ ਹੈ। ਅਤੇ ਜਦੋਂ ਇਹ ਗੱਲ ਸਮਝ ਆ ਗਈ ਵੀ ਸੁੱਖ ਇਹਨਾਂ ਅਵਸਥਾਵਾਂ ਤੋਂ ਦੇ ਵਿੱਚੋਂ ਮੁਕਤ ਹੋਣਾ ਹੈ, ਅਤੇ ਮੈਂ ਦੁਨੀਆ ਦੇ ਧਨ ਪਦਾਰਥ ਮੰਗੀ ਜਾ ਰਿਹਾ ਹਾਂ। ਅਤੇ ਭਗਤ ਕਬੀਰ ਸਾਹਿਬ ਜੀ ਅੱਜ ਦੇ ਸ਼ਬਦ ਵਿੱਚ ਜੋ ਵਿਚਾਰ ਸਾਡੇ ਸਾਹਮਣੇ ਰੱਖ ਰਹੇ ਨੇ, ਬੜੇ ਪਿਆਰੇ ਵਿਚਾਰ ਨੇ। ਆਖਣਗੇ ਕਿਆ ਮੰਗੋ ਕਿਛ ਥਿਰ ਨਾ ਰਹਾਈ। ਆਖਣ ਲੱਗੇ ਮੈਂ ਪਰਮਾਤਮਾ ਪਾਸੋਂ ਦੁਨੀਆ ਦੀ ਕਿਹੜੀ ਸੈ ਮੰਗਾਂ, ਕਿਹੜੀ ਵਸਤੂ ਮੰਗਾਂ, ਕਿਹੜਾ ਪਦਾਰਥ ਮੰਗਾਂ। ਕੋਈ ਸੈ, ਕੋਈ ਵਸਤੂ ਸਦਾ ਰਹਿਣ ਵਾਲੀ ਨਹੀਂ। ਕਿਆ ਮੰਗੋ ਕਿਛ ਥਿਰ ਨਾ ਰਹਾਈ। ਕੋਈ ਵੀ ਥਿਰ ਦਾ ਅਰਥ ਹੈ ਸਦੀਵ ਕਾਲ ਰਹਿਣ ਵਾਲੀ ਚੀਜ਼ ਨਹੀਂ ਹੈ। ਫਿਰ ਮੈਂ ਪਰਮੇਸ਼ਰ ਜੀ ਪਾਸੋਂ ਕੀ ਮੰਗ ਕਰਾਂ, ਕਿਹੜੀ ਵਸਤੂ ਮੰਗਾਂ, ਕਿਹੜੀ ਸੈ ਮੰਗਾਂ। ਅਤੇ ਨਾਲ ਆਖਣ ਲੱਗੇ ਦੇਖਤ ਨੈਣ ਚਲਿਓ ਜਗ ਜਾਈ। ਆਖਣ ਲੱਗੇ ਮੇਰੇ ਅੱਖੀਂ ਵੇਂਦਿਆਂ ਸਾਰਾ ਜਗਤ ਤੁਰਿਆ ਜਾ ਰਿਹਾ ਹੈ। ਭਗਤ ਕਬੀਰ ਸਾਹਿਬ ਕਹਿੰਦੇ ਮੈਂ ਅੱਖਾਂ ਨਾਲ ਵੇਖ ਰਿਹਾ ਹਾਂ ਕਿ ਇਹ ਜਗਤ ਜਿਹੜਾ ਹੈ ਇਹ ਇੱਥੋਂ ਤੁਰਿਆ ਜਾ ਰਿਹਾ ਹੈ। ਸਭ ਇੱਥੋਂ ਨਾਸ ਹੋ ਰਹੇ ਹਨ। ਪਦਾਰਥਾਂ ਦਾ ਵੀ ਵਿਨਾਸ਼ ਹੋ ਰਿਹਾ ਹੈ, ਪਦਾਰਥ ਇਕੱਠੇ ਕਰਨ ਵਾਲਾ ਵੀ ਵਿਨਾਸ਼ ਹੋ ਰਿਹਾ ਹੈ, ਉਹ ਵੀ ਵਿਨਸ ਰਿਹਾ ਹੈ। ਅਤੇ ਮੈਂ ਕਿਹੜੀ ਸੈ ਮੰਗਾਂ। ਜਿਵੇਂ ਗੁਰੂ ਨਾਨਕ ਪਿਤਾ ਮਹਾਰਾਜ ਨੇ ਬਚਨ ਕੀਤੇ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ, ਮੈਂ ਕਿਆ ਮੰਗੂ ਕਿਛ ਥਿਰ ਨਾ ਰਹਾਈ। ਮੈਂ ਕੀ ਮੰਗਾਂ ਸੱਚੇ ਪਾਤਸ਼ਾਹ। ਇੱਥੇ ਕੋਈ ਹੈ, ਕੋਈ ਵਸਤੂ ਸਦਾ ਰਹਿਣ ਵਾਲੀ ਨਹੀਂ, ਥਿਰ ਰਹਿਣ ਵਾਲੀ ਨਹੀਂ, ਸਾਰਾ ਕੁਛ ਨਾਸਵੰਤ ਹੈ। ਅਤੇ ਉੱਥੇ ਇੱਕ ਗੱਲ ਆਖੀ ਮਹਾਰਾਜ ਨੇ, ਕਹਿੰਦੇ ਹਰ ਦੀਜੈ ਨਾਮ ਪਿਆਰੀ ਜੀਓ। ਹੇ ਹਰੀ ਪਰਮਾਤਮਾ, ਮੈਨੂੰ ਤੇ ਆਪਣੇ ਨਾਮ ਦੀ ਦਾਤ ਦੇ, ਕਿਉਂਕਿ ਸਭ ਤੋਂ ਪਿਆਰੀ ਦਾਤ ਤੇਰੀ ਇਹੀ ਹੈ, ਤੇਰਾ ਨਾਮ ਹੀ ਹੈ। ਨਾਮ ਤੋਂ ਬਿਨਾਂ ਹੋਰ ਕੋਈ ਚੀਜ਼ ਇੱਥੇ ਮੈਨੂੰ ਥਿਰ ਸਦੀਵ ਕਾਲੀ ਅਸਥਿਰ ਨਜ਼ਰ ਨਹੀਂ ਆ ਰਹੀ। ਇੱਥੇ ਸਭ ਕੁਛ ਬਿਨਸਨਹਾਰ ਹੈ। ਦਿਨ ਰਵ ਚਲੈ ਨਿਸ ਸਸ ਚਲੈ, ਤਾਰ ਕਾ ਲਖ ਪਲੋਏ, ਮੁਕਾਮ ਉਹੀ ਏਕ ਨਾਨਕਾ ਸਚ ਬੁਗੋਏ। ਇੱਕ ਅਕਾਲ ਪੁਰਖ ਵਾਹਿਗੁਰੂ ਹੈ ਜਿਹੜਾ ਕਿ ਸਦੀਵ ਕਾਲੀ ਹੈ। ਬਾਕੀ ਤਾਂ ਸਭ ਕੁਛ ਹੀ ਚਲਾਇਮਾਨ ਹੈ। ਤਾਰੇ ਚੱਲ ਰਹੇ ਨੇ, ਸੂਰਜ ਚੱਲ ਰਿਹਾ, ਚੰਦਰਮਾ ਚੱਲ ਰਿਹਾ, ਦਿਨ ਆ ਰਿਹਾ ਜਾ ਰਿਹਾ, ਰਾਤ ਹੋ ਰਹੀ ਹੈ। ਸਭ ਕੁਛ ਇਹ ਜਿਤਨੇ ਵੀ ਤਾਰੇ ਨੇ, ਇਹਨਾਂ ਦਾ ਮੰਡਲ, ਇਹ ਵੀ ਸਭ ਚਲਾਇਮਾਨ ਹੈ। ਸਭ ਕੁਛ ਚਲਾਇਮਾਨ ਹੈ, ਕੋਈ ਥਿਰ ਨਹੀਂ ਹੈ। ਇੱਕ ਅਕਾਲ ਪੁਰਖ ਵਾਹਿਗੁਰੂ ਅਵਿਨਾਸੀ ਹੈ ਜਿਹੜਾ ਸਦਾ ਥਿਰ ਰਹਿਣ ਵਾਲਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਆਖ ਰਹੇ ਨੇ ਕਿ ਮੈਂ ਕੀ ਮੰਗ ਕਰਾਂ, ਕਿਉਂਕਿ ਕੋਈ ਸੈ ਇੱਥੇ ਸਦੀਵ ਕਾਲੀ ਨਹੀਂ ਹੈ। ਫਿਰ ਉਦਾਹਰਨਾਂ ਦਿੱਤੀਆਂ ਕਿ ਜਿਨ੍ਹਾਂ ਨੇ ਸਭ ਕੁਝ ਪ੍ਰਾਪਤ ਕੀਤਾ, ਜਿਨ੍ਹਾਂ ਨੇ ਸਭ ਕੁਝ ਹਾਸਲ ਕੀਤਾ, ਵੀ ਕਿਤੇ ਸਾਨੂੰ ਭੁਲੇਖਾ ਰਹਿ ਜਾਏ ਨਾ ਵੀ ਕਬੀਰ ਸਾਹਿਬ ਗਲਤ ਕਹਿ ਰਹੇ ਨੇ ਕਿ ਮੈਂ ਕੀ ਮੰਗਾਂ, ਕੋਈ ਚੀਜ਼ ਥਿਰ ਰਹਿਣ ਵਾਲੀ ਨਹੀਂ ਹੈ। ਅਤੇ ਉਹ ਸਾਨੂੰ ਉਦਾਹਰਨ ਉਹ ਦੇ ਰਹੇ ਨੇ ਜਿਹੜੀ ਆਮ ਲੋਕਾਂ ਵਿੱਚ ਇਹ ਪ੍ਰਚਲਿਤ ਗੱਲਾਂ ਸਨ, ਆਮ ਲੋਕਾਂ ਵਿੱਚ ਇਹ ਗੱਲਾਂ ਚੱਲਦੀਆਂ ਸਨ। ਰਾਵਣ ਦੀ ਵਿਚਾਰ ਲੋਕਾਂ ਵਿੱਚ ਆਖੀ ਜਾਂਦੀ ਸੀ, ਰਾਵਣ ਦੀ ਵਡਿਆਈ ਲੋਕਾਂ ਵਿੱਚ ਕੀਤੀ ਜਾਂਦੀ ਸੀ, ਉਹਦਾ ਬੁਢੱਪਨ ਲੋਕ ਪੇਸ਼ ਕਰਦੇ ਸਨ।
कि देखो रावण कोल कितना कुछ है। ठीक है, रावण ने बड़ा कुछ इकट्ठा किया। इस करके भगत कबीर साहब आखन लगे, कहते रावण की गल करिए जो लोगों की विचार है, कहते लंका सा कोट समुंद सी खाई। कहते जिस रावण दे कोल लंका वर्गा किला सी, इसका अर्थ है कि लंका का किला बड़ा मजबूत सी। उस किले की खूबी सी कि रावण तक छेती करके कोई पहुँच नहीं सी कर सकता। उस किले तक पहुँचना कोई आसान काम नहीं सी। क्यों? क्योंकि उस किले दे आले दुआले लंका सा कोट, कोट का अर्थ है किला, उस किले दे कोल जाण वास्ते कोई मनुख क्यों नहीं पहुँच सकता सी? क्योंकि समुंद सी खाई। असल दे विच पुरातन समय विच जिहड़े कि इस तरह के राजे होए जिन्हां ने मनुखता दे उत्ते राज किया, तो उन्होंने की करना कि जदों अपना किला तैयार करना तो एक चौड़ी ते डूंगी खाई जिहड़ी पुटवा के किले के आले दुआले पानी भर दिता जाता सी। और एक खाई बना लैनी चारे पासे, डूंगी, समुंदर की तरह डूंगी, चौड़ी वड्डी खाई, ताकि उत्थे तक कोई आम बंदा छेती करके पहुँच ना सके। जिहड़े लोग वाकफियत रखते हैं, जिहड़ी मलेशिया की जेल है वो इस काम दे विच बड़ी मशहूर है कि वो समुंदर के अंदर बनी हुई है। उत्थे कोई भी कैदी फरार नहीं हो सकता क्योंकि समुंदर के अंदर बनाई हुई है। और आसे पासे उसदे कटर लाए ने कि कोई बंदा जे किले चों उस जेल चों भजन का भी यतन करे तो उन्हां कटरां दे नाल कट के उत्थे खत्म हो जाए। और इतना चौकसी या इतना प्रबंध किया होया कोई बंदा जरूरत नहीं कर सकता उत्थों जाण दी, उस विचों निकलन दी। कहते रावण ने भी लंका वर्गा किला सी बड़ा पक्का, ते नाल आले दुआले चौड़ी ते डूंगी पुटवा के किले दे दुआले खाई बनाई हुई सी जो किले की रख्या करती सी। जिवें लोग घर दे आले दुआले पहरेदार खड़े करते हैं भी साडे घर दे को नेड़े कोई ना आवे, फौजां खड़ियां करते हैं। रावण ने अपने किले दे सारे चारे पासे एक समुंदर वर्गी चौड़ी खाई पुटवाई हुई सी जिहदे विच पानी छड्डिया होया सी। छेती करके उस किले तक कोई पहुँच नहीं सकता सी क्योंकि उसदे विच डुब्बन का खतरा सी। जिवें समुंदर नूं पार नहीं किया जा सकता, इस तरह उस खाई नूं पार करना बड़ा औखा सी। इस गल की गल कर रहे हैं कबीर साहब, कहते लंका सा कोट समुंद सी खाई। और कि समुंदर वर्गी वो जगह जो आले दुआले उसकी रख्या वास्ते बनाई हुई सी। ते इत्थे ही बस नहीं करन लगे, तेह रावण कर खबर ना पाई। आखन लगे कहते ने उस रावण के घर का अज निशान नहीं मिलता, जिसका इतना बड़ा किला सी, समुंदर वर्गी खाई सी, ते अज उसकी कोई खबर नहीं है। घर की खबर, घर का नाम निशान नहीं मिलता। क्योंकि समा समा सिर ये चीज़ां मनुख नूं मिलदियां ने, पर एक दिन ये सारियां चीज़ां दी शकल, रूप, रंग सब कुछ बदल जाता है। तो उस घर दे विच अज रावण का कोई उसनूं सामण वाला नहीं है। तुसीं देखो कि साडे देश विच भी कितने किले ऐसे पए हन जिहड़े कि बियाबान हन, जिथे कोई रहिंदा नहीं है, जिथे कदी राजे महाराजे रहिंदे सन, जिथे बड़ी सिक्योरिटी हुंदी सी, जिथे बड़ी सुरक्षा वाली थां हुंदी सी, अज उत्थे घाह जमी हुई है, थल्ले किले बने हुए ने, ते उत्थे तुसीं जाके देखो तो केवल वो बड़े बड़े किले भी जंगल बने पे हैं। तो थोड़े ज्ञात लई बेनती करा,
ਰਕਾਬਗੰਜ ਦੇ ਬੈਕ ਸਾਈਡ 'ਤੇ ਜਦੋਂ ਆਪਾਂ ਇੱਧਰੋਂ ਜਾਂਦੇ ਹਾਂ, ਇੱਥੇ ਬਹੁਤ ਵੱਡਾ ਇੱਕ ਕਿਲ੍ਹਾ ਬਣਿਆ ਹੋਇਆ ਹੈ ਰਾਸ਼ਟਰਪਤੀ ਭਵਨ ਦੇ ਬੈਕ ਸਾਈਡ 'ਤੇ। ਅਤੇ ਜਦੋਂ ਆਪਾਂ ਧੋਲੇ ਕੁਆਂ ਵਾਲੀ ਰੋਡ ਤੋਂ ਜਾਂਦੇ ਹਾਂ, ਇੱਥੇ ਬਹੁਤ ਵੱਡਾ ਇੱਕ ਪੁਰਾਤਨ ਕਿਲ੍ਹਾ ਹੈ। ਉੱਪਰ ਘਾਹ ਜੰਮੀ ਹੋਈ ਹੈ, ਉੱਥੇ ਪਤਾ ਹੀ ਨਹੀਂ ਕਿ ਇੱਥੇ ਕਿਲ੍ਹਾ ਹੁੰਦਾ, ਪਰ ਅੰਦਰ ਜਾ ਕੇ ਵੇਖੋ ਕਿ ਵੱਡੀ ਵੱਡੀਆਂ ਕੰਧਾਂ ਨੇ ਔਰ ਉਸ ਕਿਲ੍ਹੇ ਦੇ ਵਿੱਚ ਉਸ ਸਮੇਂ ਦੀ ਮੀਨਾਕਾਰੀ ਕੀਤੀ ਹੋਈ ਹੈ, ਜਦੋਂ ਕਿ ਪੁਰਾਤਨ ਸਮੇਂ ਵਿੱਚ ਇੱਥੇ ਰਾਜੇ ਮਹਾਰਾਜੇ ਇਸ ਕਿਲ੍ਹੇ ਵਿੱਚ ਰਹਿੰਦੇ ਸਨ। ਅੱਜ ਉਸ 'ਤੇ ਕੋਈ ਖਬਰ ਲੈਣ ਵਾਲਾ ਨਹੀਂ, ਕੋਈ ਉੱਥੇ ਦੀਵਾ ਜਗਾਉਣ ਵਾਲਾ ਨਹੀਂ। ਲੋਕ ਜਾਣ ਤੋਂ ਡਰਦੇ ਨੇ, ਭੂਤ ਬੰਗਲਾ ਕਹਿ ਕੇ ਪੁਕਾਰਦੇ ਨੇ ਵੀ ਇੱਥੇ ਭੂਤ ਰਹਿੰਦੇ ਆ। ਆਮ ਛੇਤੀ ਕਰਕੇ ਬੰਦਾ ਕੋਈ ਉੱਥੇ ਜਾਂਦਾ ਨਹੀਂ। ਕਹਿੰਦੇ ਇਤਨਾ ਕੁਛ ਇਕੱਠਾ ਕੀਤਾ, ਇਤਨਾ ਕੁਛ ਬਣਾਇਆ, ਪਰ ਅੱਜ ਕੀ ਹੈ ਕਿ ਅੱਜ ਉਹਨਾਂ ਦੀ ਕੋਈ ਖਬਰ ਲੈਣ ਵਾਲਾ ਨਹੀਂ, ਕੋਈ ਸਾਲ ਲੈਣ ਵਾਲਾ ਨਹੀਂ, ਉਹਨਾਂ ਦੀ ਸੰਭਾਲ ਕਰਨ ਵਾਲਾ ਨਹੀਂ। ਭਗਤ ਕਬੀਰ ਸਾਹਿਬ ਜੀ ਵੀ ਇਹ ਗੱਲ ਸਮਝਾਉਣਾ ਚਾਹੁੰਦੇ ਨੇ ਕਿ ਜਿਸ ਰਾਵਣ ਦਾ ਲੰਕਾ ਵਰਗਾ ਕਿਲ੍ਹਾ ਸੀ, ਸਮੁੰਦਰ ਵਰਗੀ ਕਿਲ੍ਹਾ ਬਣਿਆ ਹੋਇਆ ਸੀ, ਖਾਈ ਕੀਤੀ ਹੋਈ ਸੀ ਕਿਲ੍ਹੇ ਦੇ ਆਲੇ ਦੁਆਲੇ, ਉਸ ਰਾਵਣ ਦੇ ਘਰ ਦਾ ਅੱਜ ਨਿਸ਼ਾਨ ਤੱਕ ਨਹੀਂ ਮਿਲਦਾ ਕਿ ਬਈ ਇਹ ਰਾਵਣ ਦਾ ਹੀ ਘਰ ਹੈ। ਆਓ ਕਿ ਅੱਜ ਉਹਨਾਂ ਦੇ ਪਰਿਵਾਰ ਦਾ ਕੋਈ ਦੱਸਣ ਵਾਲਾ ਨਹੀਂ ਵੀ ਇਹ ਸਾਡਾ ਹੀ ਘਰ ਸੀ। ਹਾਂ, ਬਾਅਦ ਦੇ ਵਿੱਚ ਕੋਈ ਕਹਿ ਦੇਵੇ ਵੀ ਸਾਡੇ ਪੁਰਖੇ ਰਹਿੰਦੇ ਸਨ, ਉਹ ਗੱਲ ਵੱਖਰੀ ਹੈ, ਪਰ ਉਸਦੇ ਪਰਿਵਾਰ ਦਾ ਕੋਈ ਜੀਅ ਕਹਿੰਦੇ ਕਿਤੇ ਨਜ਼ਰ ਨਹੀਂ ਆਉਂਦਾ। ਕਿਉਂ? ਕਿਉਂਕਿ ਇੱਥੇ ਕੋਈ ਚੀਜ਼ ਥਿਰ ਰਹਿਣ ਵਾਲੀ ਨਹੀਂ ਹੈ। ਕਬੀਰ ਸਾਹਿਬ ਕਹਿੰਦੇ ਇਹ ਸਭ ਕੁਛ ਵਿੰਸਨਹਾਰ ਹੈ, ਜੋ ਵੀ ਕੁਛ ਅਸੀਂ ਇਕੱਠਾ ਕਰ ਰਹੇ ਹਾਂ। ਫਿਰ ਕਹਿਣ ਲੱਗੇ, ਕਹਿੰਦੇ 1 ਲੱਖ ਪੂਤ 1.25 ਲੱਖ ਨਾਤੀ। ਇਹ ਵੀ ਗੱਲ ਸੀ ਕਿ ਜਿਸ ਰਾਵਣ ਦੇ 1 ਲੱਖ ਪੁੱਤਰ ਅਤੇ 1.25 ਲੱਖ ਪੋਤਰੇ ਦੱਸੇ ਜਾਂਦੇ ਹਨ। ਇਹ ਜਿਹੜੀਆਂ ਗੱਲਾਂ ਭਗਤ ਕਬੀਰ ਸਾਹਿਬ ਜੀ ਕਰ ਰਹੇ ਹਨ ਕਿ 1 ਲੱਖ ਪੁੱਤ 1.25 ਲੱਖ ਪੋਤਰੇ ਸੱਚਮੁੱਚ ਸਨ ਜਾਂ ਨਹੀਂ ਸਨ, ਕਬੀਰ ਸਾਹਿਬ ਨੂੰ ਇਸ ਨਾਲ ਕੋਈ ਗਰਜ ਨਹੀਂ। ਮੈਂ ਫਿਰ ਬੇਨਤੀ ਕਰਾਂ, ਪਹਿਲਾਂ ਵੀ ਬੇਨਤੀ ਕੀਤੀ ਸੀ, ਕਬੀਰ ਸਾਹਿਬ ਸਿਰਫ ਜੋ ਵਿਚਾਰਾਂ ਸਮਾਜ ਵਿੱਚ ਚੱਲਦੀਆਂ ਆ ਰਹੀਆਂ ਸਨ, ਉਹਨਾਂ ਗੱਲਾਂ ਨੂੰ ਮੁੱਖ ਰੱਖਦਿਆਂ ਉਹਨਾਂ ਨੇ ਆਪਣੇ ਪੱਖ ਨੂੰ ਪੂਰਾ ਕੀਤਾ ਹੈ। ਇਹ ਸਮਝਾਉਣ ਵਾਸਤੇ ਕਿ ਇਤਨਾ ਵੱਡਾ ਟੱਬਰ ਸੀ, ਅੱਜ ਉਹ ਵੀ ਨਹੀਂ ਰਿਹਾ। ਇੱਥੇ ਕੋਈ ਚੀਜ਼ ਥਿਰ ਨਹੀਂ ਹੈ, ਸਭ ਕੁਛ ਚਲਾਇਮਾਨ ਹੈ, ਸਭ ਕੁਛ ਵਿੰਸਨਹਾਰ ਹੈ। ਅਤੇ ਅੱਜ ਉੱਥੇ ਕਹਿੰਦੇ ਨੇ ਇਤਨਾ ਵੱਡਾ ਟੱਬਰ ਹੋਣ ਤੋਂ ਬਾਅਦ ਵੀ ਕੋਈ ਉੱਥੇ ਨਜ਼ਰ ਨਹੀਂ ਆਉਂਦਾ। 1 ਲੱਖ ਪੂਤ 1.25 ਲੱਖ ਨਾਤੀ ਤੇ ਰਾਵਣ ਕਰ ਦੀਆ ਨਾ ਬਾਤੀ। ਭਗਤ ਕਬੀਰ ਸਾਹਿਬ ਜੀ ਆਖ ਰਹੇ ਨੇ ਕਿ ਉਸ ਦੇ ਮਹਿਲਾਂ ਵਿੱਚ ਕਿਤੇ ਦੀਵਾ ਬੱਤੀ ਜਗਦਾ ਨਾ ਰਿਹਾ। ਆਓ ਕਿ ਕੋਈ ਜਗਾਉਣ ਵਾਲਾ ਹੀ ਨਾ ਰਿਹਾ, ਅਤੇ ਦੀਵਾ ਬੱਤੀ ਕੌਣ ਜਗਾਉਂਦਾ? ਉਹ ਸਭ ਮਰ ਮੁੱਕ ਗਏ, ਸਭ ਵਿੰਸ ਗਏ, ਸਭ ਨਾਸ ਹੋ ਗਏ। ਆਓ ਕਿ ਇੱਥੇ ਕਹਿਣ ਦਾ ਮਕਸਦ, ਇੱਥੇ ਕਿਸੇ ਨੇ ਥਿਰ ਨਹੀਂ ਰਹਿਣਾ। ਤੁਸੀਂ ਦੇਖੋ ਨਾ ਕਿ ਜਿਹੜਾ ਔਰੰਗਜ਼ੇਬ ਰਾਜ ਪਾਠ ਕਰਦਾ ਸੀ, ਜਿਸ ਦਾ ਰਾਜ ਪੂਰਬ ਪੱਛਮ ਉੱਤਰ ਦੱਖਣ ਹਰ ਪਾਸੇ ਉਸਦਾ ਰਾਜ ਸੀ, ਪਰ ਅੱਜ ਜਦੋਂ ਤੁਸੀਂ ਔਰੰਗਾਬਾਦ ਜਾਓ ਉਸਦੀ ਕਬਰ 'ਤੇ, ਉੱਥੇ ਕੋਈ ਸਾਰ ਸੰਭਾਲ ਕਰਨ ਵਾਲਾ ਨਹੀਂ ਹੈ। ਜਿਹੜਾ ਬੰਦਾ ਉੱਥੇ ਦੀਵਾ ਵੀ ਜਗਾਉਂਦਾ ਹੈ, ਉਹ ਵੀ ਲੋਕਾਂ ਕੋਲੋਂ ਇੱਕ ਪੈਸਾ ਮੰਗਦਾ ਹੈ। ਪੈਸੇ ਇਕੱਠੇ ਹੋ ਜਾਂਦੇ ਨੇ, ਤੇਲ ਲੈ ਕੇ ਆ ਜਾਂਦਾ ਹੈ, ਬੱਤੀ ਲਾ ਕੇ ਦੀਵਾ ਜਗਾ ਦਿੰਦਾ ਹੈ, ਅਤੇ ਤੇਲ ਵੀ ਪੂਰਾ ਨਹੀਂ ਪੈਂਦਾ। ਆਓ ਕਿ ਉੱਥੇ ਕੋਈ ਦੀਵਾ ਜਗਾਉਣ ਵਾਲਾ ਵੀ ਨਹੀਂ, ਕੋਈ ਸਾਲ ਲੈਣ ਵਾਲਾ ਨਹੀਂ। ਜਿਸ ਦੇ ਰਾਜ ਦੇ ਚਰਚੇ ਚੱਲਦੇ ਸਨ, ਲੋਕ ਪੈਸੇ ਖਾਂਦੇ ਸਨ, ਜਿਹੜਾ ਅਹੰਕਾਰ ਦੇ ਵਿੱਚ ਚੂਰ ਸੀ ਕਿ ਮੇਰੇ ਕੋਲ ਇਤਨਾ ਵੱਡਾ ਰਾਜ ਪਾਠ ਹੈ, ਮੈਂ ਇਤਨੇ ਵੱਡੇ ਦੇਸ਼ 'ਤੇ ਰਾਜ ਕਰਦਾ। ਕਿਉਂਕਿ ਸਮਾਂ ਆਉਂਦਾ ਹੈ, ਕਿਉਂਕਿ ਇੱਥੇ ਸਭ ਕੁਛ ਵਿੰਸਨਹਾਰ ਹੈ, ਉਹ ਸਭ ਕੁਛ ਵਿੰਸ ਜਾਂਦਾ ਹੈ। ਇਹੀ ਵਿਚਾਰਧਾਰਾ ਭਗਤ ਕਬੀਰ ਸਾਹਿਬ ਸਾਡੇ ਸਾਹਮਣੇ ਰੱਖ ਰਹੇ ਹਨ ਕਿ ਰਾਵਣ ਦੇ ਘਰ ਇੰਨਾ ਵੱਡਾ ਟੱਬਰ ਹੋਣ ਤੋਂ ਬਾਅਦ 1 ਲੱਖ ਪੁੱਤਰ 1.25 ਲੱਖ ਪੋਤਰੇ ਦੱਸੇ ਜਾਂਦੇ ਹਨ, ਪਰ ਉਸਦੇ ਮਹਿਲਾਂ ਵਿੱਚ ਕਿਤੇ ਦੀਵਾ ਬੱਤੀ ਜਗਦਾ ਨਾ ਰਿਹਾ। ਆਓ ਕਿ ਉਸਦੇ ਕੁਲ ਨਾਸ ਹੋ ਗਿਆ, ਸਭ ਕੁਛ ਵਿੰਸ ਗਿਆ। ਫਿਰ ਅੱਗੇ ਸਮਝਾਉਣ ਲੱਗੇ, ਕਹਿਣ ਲੱਗੇ ਚੰਦ ਸੂਰਜ ਜਾ ਕੇ ਤਪਤ ਰਸੋਈ। ਇਹ ਉਸ ਰਾਵਣ ਦਾ ਜ਼ਿਕਰ ਹੈ ਜਿਸ ਦੀ ਰਸੋਈ ਚੰਦਰਮਾ ਅਤੇ ਸੂਰਜ ਤਿਆਰ ਕਰਦੇ ਸਨ। ਇਸ ਦਾ ਅਰਥ ਕੀ ਹੈ? ਇਸ ਦਾ ਅਰਥ ਹੈ ਕਿ 24 ਘੰਟੇ ਚੰਦਰਮਾ ਅਤੇ ਸੂਰਜ ਦੇ ਜਦੋਂ ਆਵਾ ਹੁੰਦੀ ਸੀ, ਆਓ ਕਿ ਸੂਰਜ ਅਤੇ ਚੰਦਰਮਾ ਦੇ ਸਮੇਂ
क्योंकि जे इतना बड़ा टब्बर सी तो सुभाविक है कि 24 घंटे रसोई चलती सी। चंद सूरत जाके तपत रसोई, इस करके चंद्रमा ते सूरज के समय पाओ कि जिसकी जिहड़ी रसोई सी, क्योंकि रावण के पुत्र पोतरियां की रोटी तैयार करने लई दिने रात रसोई तपदी रहिंदी सी। इसदा अर्थ है चंद सूरज किसी की रसोईयां नहीं आके तैयार करते, सूरज किसी की भट्ठी नहीं बालदा, सूरज किसी को रोटी बना के नहीं देंदा, चंद्रमा किसी की रोटी बना के नहीं देंदा। कई बार आप सोचते भी रावण कितना महान सी भी सूरज ते चंद्रमा उहदे उत्थे आके लंगर पकाते सन। ये अर्थ नहीं है। अर्थ ये है कि दिन अते रात पाओ कि जिस रावण के पुत्र पोतरियां की रोटी तैयार करने वास्ते दिन रात रसोई तपदी रहिंदी सी, 24 घंटे चुल्हा चढ़िया रहिंदा सी, एडा वड्डा टब्बर सी। इस करके कबीर साहब कह रहे ने, कहते ने वैसंतर जाके कपड़े धोई, जिस दे कपड़े वैसंतर देवता धोंदा सी। वैसंतर का अर्थ की है? वैसंतर कहते ने अग नूं। पाओ कि जिसके कपड़े साफ करने हर वेले अग दियां भट्टियां चढ़ियां रहिंदियां सन धोण वास्ते। पाओ कि पानी गर्म करके कपड़े धोने, कहते वो भट्टियां तपदियां ही रहिंदियां सन। क्योंकि इतना बड़ा टब्बर होएगा, 1 लाख पुत्र 1.25 लाख नाती पोतरे होण, एडा बड़ा टब्बर होवे ते हुण तुसीं सोच सकते हो जिहदे घर 1 लाख पुत्र ने उहदे कोल राणियां कितनियां होणीआं, उहदियां फिर ਜਿਹੜੇ ਪੁੱਤਰ ਨੇ ਉਹਨਾਂ ਦੀਆਂ ਘਰ ਵਾਲੀਆਂ, ਕਿਤਨਾ ਕੋ ਵੱਡਾ ਟੱਬਰ ਹੋਏਗਾ। ਮਤਲਬ ਇੱਕ ਮਨੋਤ ਹੈ, ਇੱਕ ਗੱਲ ਜਿਹੜੀ ਹੈ ਉਹ ਦੱਸੀ ਗਈ ਹੈ ਵੀ ਇਸ ਤਰ੍ਹਾਂ ਲੋਕ ਮੰਨਦੇ ਨੇ ਵੀ ਐਡਾ ਵੱਡਾ ਟੱਬਰ ਸੀ। ਇੱਥੇ ਗਵਾਹੀ ਨਹੀਂ ਪਾ ਰਹੇ ਕਬੀਰ ਸਾਹਿਬ ਵੀ ਇਤਨਾ ਹੀ ਟੱਬਰ ਸੀ, ਸਿਰਫ ਲੋਕਾਂ ਦੀ ਜਿਹੜੀ ਇੱਕ ਵਿਚਾਰਧਾਰਾ ਸੀ ਉਹਨੂੰ ਸਮਝਾਉਣਾ ਚਾਹ ਰਹੇ ਨੇ ਕਿ ਰਾਵਣ ਦੇ ਘਰ ਜਦੋਂ ਰੋਟੀ ਤਿਆਰ ਹੁੰਦੀ ਸੀ ਦਿਨ ਰਾਤ ਰਸੋਈ ਤਪਦੀ ਸੀ ਅਤੇ ਉਸਦੇ ਕੱਪੜੇ ਸਾਫ਼ ਕਰਨ ਵਾਸਤੇ ਹਰ ਵੇਲੇ ਅੱਗ ਦੀਆਂ ਭੱਠੀਆਂ ਝੜੀਆਂ ਰਹਿੰਦੀਆਂ ਸਨ। ਆਓ ਕਿ ਹਰ ਵੇਲੇ ਕੱਪੜੇ ਧੋਤੇ ਜਾਂਦੇ ਸਨ ਅਤੇ ਇਤਨਾ ਕੁਛ ਸੀ ਅਤੇ ਅੱਜ ਕਿੱਥੇ ਗਿਆ ਉਹ ਸਾਰਾ। ਹੁਣ ਤਾਂ ਕਹਿੰਦੇ ਕੁਛ ਵੀ ਨਹੀਂ ਹੈ, ਸਭ ਕੁਛ ਸਮਾਂ ਆਇਆ ਨਾਸ ਹੋ ਗਿਆ, ਸਭ ਕੁਛ ਵਿੰਸ ਗਿਆ। ਕਹਿਣ ਦਾ ਮਕਸਦ ਇਹ ਹੈ ਤੁਹਾਡੇ ਕੋਲ ਜੇ ਕੁਛ ਹੈ ਇਹ ਕਿਹੜੀ ਗੱਲ ਦਾ ਅਹੰਕਾਰ ਹੈ, ਕਿਹੜੀ ਗੱਲ ਦਾ ਗੁਮਾਨ ਹੈ। क्योंकि ये तो सब कुछ रावण कोल नहीं रहा तो साढ़े कोल की रहना, सब कुछ बिनसनहार इत्थे जो कुछ दिखाई दे रहा। कई बार बंदा हंकार करता है ना भी साडा किड्डा वड्डा टब्बर है, साडे कोल कितनियां सहूलतां हन, असीं कितने सुख मान रहे हाँ। ये सुख सदैव काली नहीं हैं, ये सहूलतां सदैव काली नहीं हैं। समा आण ते सब कुछ बिनसनहार है। इस करके कबीर साहब कहते ने एक काम करना चाहिए, गुरमत राम नाम वसाई। आखन लगे जो मनुख इस नासवंत जगत वालों हटा के अपने मन नूं सतगुरु जी की मत लैके प्रभु के नाम दे विच टिकाउंदा है, गुरमत लैके राम नाम वसाई, प्रभु के नाम दे विच मन नूं टिकाउंदा है। टिकेगा कदों? ਜਦੋਂ ਇਸ ਨਾਸਵੰਤਾ ਦਾ ਪਤਾ ਚੱਲੇਗਾ ਵੀ ਇਹ ਸਭ ਕੁਛ ਨਾਸਵੰਤ ਹੈ, ਜਦੋਂ ਸਾਨੂੰ ਆਪਣੀ ਮੌਤ ਚੇਤੇ ਆਵੇਗੀ। ਪਿਆਰ ਵਾਲੋ, ਜਦੋਂ ਤੱਕ ਮੌਤ ਚੇਤੇ ਨਹੀਂ ਨਾਮ ਵੀ ਚੇਤੇ ਨਹੀਂ ਆਉਣਾ। ਜਦੋਂ ਅਸੀਂ ਪੜ੍ਹਦੇ ਹਾਂ ਨਾ ਕਿ ਇੱਥੇ ਸੰਸਾਰ ਦੇ ਵਿੱਚ ਜੋ ਕੁਝ ਸਾਡੇ ਕੋਲ ਹੈ ਅਸੀਂ ਹਰ ਇੱਕ ਚੀਜ਼ ਦੀ ਜਾਣਕਾਰੀ ਰੱਖਦੇ ਹਾਂ। ਹੱਸਣਾ ਹੈ, ਸੋਣਾ ਹੈ, ਖਾਣਾ ਹੈ, ਪੀਣਾ ਹੈ, ਇਹ ਸਾਰੀਆਂ ਗੱਲਾਂ ਦੀ ਸਾਨੂੰ ਸੋਝੀ ਹੈ। ਪਰ ਜੇ ਕੋਈ ਚੀਜ਼ ਭੁੱਲੀ ਹੈ ਉਹ ਹੈ ਮੌਤ। ਗੁਰੂ ਨਾਨਕ ਪਾਤਸ਼ਾਹ ਆਖਦੇ ਨੇ ਕਿ ਮਨੁੱਖ ਨੂੰ ਇਹ ਸਾਰੀਆਂ ਚੀਜ਼ਾਂ ਚੇਤੇ ਹਨ, ਖਾਣਾ ਪੀਣਾ, ਸੋਣਾ, ਹੱਸਣਾ, ਵਿਸਰ ਗਿਆ ਹੈ ਮਰਨਾ। ਖਸਮ ਵਿਸਾਰ ਖੁਆਰੀ ਕੀਨੀ, ਤਰਕ ਜੀਵਨ ਨਹੀਂ ਰਹਿਣਾ। ਪ੍ਰਾਣੀ ਏਕੋ ਨਾਮ ਧਿਆਵੋ, अपनी पत सेती कर जावो। सदों कहते नाम त्या पत नाल संसार तो चला जाएगा। रहना इत्थे कुछ नहीं, जे मौत भुला दी ना परमात्मा का नाम भी विसर जाना। जे ये गल्लां कर रहे हैं कबीर साहब इस करके कर रहे हैं कि ये गल साडे समझ आ जाए
कि इतना वड्डा टब्बर, इतने प्रबंध होने तो बाद भी वो भी किते अज नज़र नहीं आते, सब कुछ नाश हो गया। साढ़े कोल तो इतना भी नहीं है। जो कुछ है जिहदा असीं गुमान करके बैठे हाँ, ये भी सब विंसनहार है, सब कुछ नासवंत है, सब कुछ चलाएमान है। और जदों ये गल समझ आएगी कि ये सब कुछ नासवंत है, उस दिन ही अंदर नाम की जिहड़ी चिंगारी है वो पैदा होएगी। नाम जपन की उमंग ते तांग पैदा होएगी। जदों गल समझ आएगी इत्थे कुछ भी थिर नहीं है, जदों अपनी नासवंता नज़र आएगी, उसों समझ आएगी कि सानू की करना चाहिए। क्योंकि नासवंतता चेते नहीं, मौत चेते नहीं, तो माफ़ करना रब भी चेते नहीं। जदों बंदे नूं मौत चेते आउंदी है ना, रब अपने आप चेते आ जाता है। मैं गाथा पढ़ रहा सी कि एक बंदा बुजुर्गी दे विच जवानी वर्गे ਕੰਮਾਂ 'ਚ ਲੱਗਿਆ ਹੋਇਆ ਸੀ। ਪਰਿਵਾਰ ਦੇ ਟੱਬਰ ਦੇ ਜੀ ਰੋਜ਼ ਸਮਝਾਉਂਦੇ ਸਨ ਕਿ ਹੁਣ ਬੁਢੇਪਾ ਆ ਗਿਆ, ਚਲੋ ਹੁਣ ਤੱਕ ਨਾਮ ਨਹੀਂ ਜਪਿਆ, ਹੁਣ ਤੇ ਤੁਸੀਂ ਚੰਗੇ ਕੰਮ ਕਰ ਲਓ, ਹੁਣ ਤੇ ਨਾਮ ਜਪ ਲਓ। ਆਖਣ ਲੱਗੇ ਅਜੇ ਬੜਾ ਸਮਾਂ ਪਿਆ। ਕਿਉਂਕਿ ਬੜਾ ਸਮਾਂ ਜਦੋਂ ਅਸੀਂ ਕਹਿੰਦੇ ਨਾ ਬਹੁਤ ਸਮਾਂ ਪਿਆ, ਉਹਦਾ ਅਰਥ ਵੀ ਸਾਨੂੰ ਮੌਤ ਚੇਤੇ ਨਹੀਂ ਹੈ। ਇਹ ਬਚਨ ਚੇਤੇ ਨਹੀਂ ਹਨ ਕਿ ਹਰ ਜਪਦਿਆਂ ਖਿਨ ਢਿਲ ਨਾ ਕੀਜਈ, ਮੇਰੀ ਜਿੰਦੜੀਏ ਮਤ ਕੇ ਜਾਪੈ, ਸਾ ਆਵੈ ਕਿ ਨਾ ਆਵੈ ਰਾਮ। ਜਦੋਂ ਤੱਕ ਇਹ ਗੱਲ ਚੇਤੇ ਨਹੀਂ, ਪਤਾ ਨਹੀਂ ਅਗਲਾ ਸਵਾਸ ਆਉਣਾ ਕਿ ਨਹੀਂ ਆਉਣਾ, ਉਦੋਂ ਤੱਕ ਅਸੀਂ ਕਹਿੰਦੇ ਬੜਾ ਸਮਾਂ ਪਿਆ, ਨਾਮ ਜਪ ਲਾਂਗੇ, ਕੋਈ ਗੱਲ ਨਹੀਂ। ਪਰ ਬੰਦੇ ਨੂੰ ਇਹ ਨਹੀਂ ਪਤਾ कि जिहड़ी गल तू कर रहा है ये भी पूरी कर पावेंगा कि नहीं कर पावेंगा। ये जरूरी नहीं है। क्यों? क्योंकि कहाँ विसासा इस भांडे का, इतनक लागे ठनका, आगे को कुछ तुल्हा बांधो, क्या भरवासा धन का। अगे वास्ते सानू तुल्हा तैयार करना चाहिए और ये उड़ीक नहीं करनी चाहिए भी अजे समा पिया बाद दे विच कर लांगे। गुरमत कहती है हुणे ही शुरू कर दे, अज तो ही कर, इस वेले ही कर। क्योंकि बाद की विचार जिहड़ी है वो गुरमत ने प्रवानी नहीं है कि बाद विच देख लांगे, फिर वेख लांगे, कल वेख लांगे। महाराज कहते हर के संत सुनो जन भाई, गुर सेव ओ बेग बेगाली, सतगुर सेव खर्च हर बंद हो, मत जानो आज के काली। मता समझो अज नहीं कल पाओ, टाल मटोल ना करो, क्योंकि टाल मटोल करते चले जाओगे जिंदगी ने लंघ जाना तो एक दिन मौत ने साडे बूहे ते आ जाना, फिर वो मौका नहीं देंदी। मौत जदों आ जाती है ना फिर कोई मौका नहीं है। उस तो पहला जो कुछ करना पहला कर लईए। इस करके कबीर साहब कहते हैं जदों ये गल समझ विच आ गई कि ये नासवंत जगत जिहड़ा है ये एक दिन नाश हो जाना, शरीर भी इत्थे जो कुछ नाल जुड़िया सब कुछ नासवंत है। जदों कोई नासवंत जगत वालों अपने मन नूं हटा के सतगुर दी मत लैके, गुरमत लैके रामै नाम वसाई, परमात्मा दे नाम नूं अपने मन विच कोई टिका लैंदा है तो फिर की हुंदा, अस्थिर रह न कतहूँ जाई, वो सदा अडोल रहिंदा है। फिर उसनूं संसार दे ये सुख, संसार दीयां ये सहूलतां उन्होंने नहीं डुला सकदियां, सानू डुलाउंदियां। असी दुखी होंदे हां, साडा अंदर दा कलपदा है, उहदे कोल बड़ी सहूलत है, मेरे कोल घट है, उसने वध पैसे इकट्ठे कर लए, मेरे कोल घट रह गए। असी अस्थिर नहीं हाँ, असी टिकाव दे विच नहीं हाँ। सानू अपनी गरीबी भी सताउंदी है, दूजे दी अमीरी भी सताउंदी है। सानू अपनी गरीबी का भी दुख है भी मैं गरीब क्यों हाँ, दूजे दी अमीरी का भी दुख है। इस करके इस संसार च डोलते हाँ, दुखी होंदे हाँ। भगत कबीर साहब जी कहते हैं
कि जिस दिन तैनूं ये गल समझ आ गई, भावें बहुता होवे भावें थोड़ा होवे, ये है सब कुछ विनसनहार है। तेरे कोल सहूलतां घट होण वध होण सब विनसनहार ने, ये सदैव काली नहीं हैं। प्यार वालों सच जानना, उस दिन मनुख अडोल हो जाता है। फिर वो घट या वध सहूलत देख के डोलता नहीं, क्योंकि वध सहूलत दूजे तरीके नाल डुलांदी है, हंकार पैदा करती है। घट सहूलत जिहड़ी निराश कर देंदी है, फिर दुख पैदा करती है। दोनों चीज़ां 'च बंदा दुखी हुंदा है। पर जदों नाम मन विच टिक जाता है, गल समझ के कि जगत नासवंत है, विनसनहार है, सहूलतां ते इस करके चाहीदियां क्योंकि इस शरीर नूं चलाण दे विच वो मदद करदियां। खाण नूं रोटी चाहिदी है, पाण नूं वस्त्र चाहिए, रहण नूं घर चाहिए, केवल शरीर नूं पालण वास्ते ही है। इस शरीर दे राहीं आपां चंगा कर सकीए, उस दे वास्ते साडे मददगार ने, साडी सहायता कर सकदियां चीज़ां। पर तुसीं सोचो भी वो चीज़ां साडे जीवन का टीचा है या मकसद है, तो ये फिर मारे कहने तू भुलेखे च है, फिर वो तेरा टीचा नहीं, तेरा मकसद नहीं है, वो तू भुलेखे च जीवना। फिर तेरा टीचा है कि गुरु की मत लैके संसार नूं नासवंत समझ के अपने मन नूं अडोल कर। ते जदों गुरमत हिरदे विच वस जाती है, गुरु का ज्ञान हिरदे विच वस जाता है, गुरमत रह न कदों जाई, तो गुरमत के अधीन वो फिर अडोल रहिंदा है। ये जगत माया की खातर भटकदा नहीं है, हर वेले की भटकना उसकी अंदरों खत्म हो जाती है, अंदर की कल्पना खत्म हो जाती है, हर वेले की हाय हाय उसके जीवन चों खत्म हो जाती है बड़ा औखा काम। क्योंकि मनुख पूरी जिंदगी मुकत माल कनक लाल हीरा मनोरंजन की माया हाहा करत बिहानी अवदै तामै संतोख ना पाया। संतोख मिलता कोई नहीं, हाय हाय करने जिंदगी लंघ जाती है। अज का पावन मुखवाक दे विच मारक ने लिखा कि हाय हाय करे दिन रात, हाय हाय बंदा दिन रात करी जाता है, हाय हाय दे विच ही पिया रहिंदा है। तो ये जो कुछ देख रहा ये नासवंत है सब कुछ। इस करके जो असी गुरु साहब की मत लै लवांगे, गुरु साहब का ज्ञान साढ़े पल्ले होएगा, साढ़े कोल जितनी भी दात वाहिगुरु की दिती होएगी उहदे विच असी अडोल रह सकांगे। फिर मैं बेनती करा गुरमत दे विच दात बहुती होवे घट होवे, गुरमत का ये मकसद नहीं। गुरमत का मकसद है कि जो भी रब ने दिता उस दे विचों शुकराना करिए, उसदे विच असी खुशहाल रहिए, उसनूं माणीए, माण के जीवन का सही आनंद ते लाह प्राप्त करिए। जो भी साडे कोल है, जितना भी साडे कोल है, आपां कई बारी जो कुछ है उन्होंने भी माणदे नहीं आ, कल्प ही जाने साडे कोल घट है, किते होर हुंदा, किते होर हुंदा। महाराज कहते जो कुछ है उन्होंने माण ते लै, तूं उहदा सुख ते भोग लै। मैं भी कल्पी जाना, दिन रात कल्पी जाना, ये कुछ होंदा, ये कुछ बड़ा घर होंदा, ये कुछ कर लैंदा मैं, नहीं, उस दे विचों तू सुख प्राप्त कर। इस करके कबीर साहब कहते ने जिहड़ा गुरमत लै लैंदा है वो अडोल रहिंदा है, इस जगत माया की खातर भटकदा नहीं। फिर कहन लगे कहत कबीर सुनो रे लोई, इत्थे लोई अखर है हे लोको। लोई अखर भगत कबीर साहब जी की पत्नी वास्ते नहीं है। अगे जाके भी आसा राग दे विच 35 नंबर शब्द आएगा जिसदे विच कहत कबीर सुनो रे लोई अब तुमरी प्रतीत ना होई। उत्थे लोई का अर्थ पत्नी बारे नहीं कह रहे कबीर साहब, लोई का अर्थ है लुकाई, लोकां वास्ते कह रहे हैं कि हे लोको हुण मैनूं ये प्रतीत नहीं रही थाडी। आओ कि मोह नूं कह रहे हैं, उत्थे ममता नूं कह रहे हैं। कई बारी जो क्योंकि असीं देखते हैं कि गुरमत दे लोकां ने अपनी मन मर्जी के अर्थ किए। लोई के अर्थ उन्हां दी पत्नी लिख दी,
ਵੀ ਕਬੀਰ ਸਾਹਿਬ ਕਹਿੰਦੇ ਕਹਿਤ ਕਬੀਰ ਸੁਨੋ ਰੇ ਲੋਈ, ਹੈ ਲੋਈ ਸੁਣ, ਹੈ ਮੇਰੀ ਪਤਨੀ ਸੁਣ। ਇੱਥੇ ਇਹ ਅਰਥ ਨਹੀਂ ਹਨ। ਲੋਈ ਦਾ ਅਰਥ ਹੈ ਲੁਕਾਈ, ਲੋਈ ਦਾ ਅਰਥ ਹੈ ਲੋਕੋ। ਕਬੀਰ ਸਾਹਿਬ ਆਖਦੇ ਨੇ ਹੈ ਲੋਕੋ ਸੁਣੋ, ਹੈ ਜਗਤ ਦੇ ਲੋਕੋ ਸੁਣੋ ਕਿ ਰਾਮ ਨਾਮ ਬਿਨ ਮੁਕਤ ਨਾ ਹੋਈ। ਪ੍ਰਭੂ ਦੇ ਨਾਮ ਸਿਮਰਨ ਤੋਂ ਬਿਨਾਂ ਜਗਤ ਦੇ ਮੋਹ ਤੋਂ ਖਲਾਸੀ ਨਹੀਂ ਹੋ ਸਕਦੀ। ਇਸ ਜਗਤ ਦੇ ਮੋਹ ਵਿੱਚ ਅਸੀਂ ਫਸੇ ਹੋਏ ਹਾਂ, ਜਿਸ ਦੇ ਵਿੱਚ ਗਲਤਾਨ ਆ। ਜੇ ਅਸੀਂ ਚਾਹੁੰਦੇ ਹਾਂ ਇਸ ਦੇ ਵਿੱਚੋਂ ਖਲਾਸੀ ਹੋਵੇ ਤਾਂ ਉਸਦੇ ਨਾਮ ਸਿਮਰਨ ਤੋਂ ਬਿਨਾਂ ਜਗਤ ਦੇ ਮੋਹ ਤੋਂ ਸਾਡੀ ਖਲਾਸੀ ਨਹੀਂ, ਸਾਡੀ ਮੁਕਤੀ ਨਹੀਂ। ਔਰ ਇਹ ਵੀ ਮੈਂ ਬੇਨਤੀ ਕਰਾਂ, ਮੁਕਤੀ ਹੀ ਇਹ ਹੈ ਕਿ ਜਗਤ ਦਾ ਜਿਹੜਾ ਇਹ ਮੋਹ ਹੈ, ਜਿਉਂਦੇ ਜੀ ਇਸ ਵਿੱਚੋਂ ਆਪਣੇ ਆਪ ਨੂੰ ਉਪਰਾਮ ਕਰਨਾ ਹੈ। ਜਦੋਂ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਪੜ੍ਹਦੇ ਹਾਂ ਨਾ, ਉਹਨਾਂ ਦੀ ਸਾਰੀ ਬਾਣੀ ਵਿੱਚ ਹੀ ਇਹ ਜਗਤ ਦੇ ਇਹਨਾਂ ਸੰਬੰਧਾਂ ਬਾਰੇ ਹੀ ਗੁਰੂ ਸਾਹਿਬ ਨੇ ਵਿਆਖਿਆ ਦਿੱਤੀ। ਧਨ, ਪਦਾਰਥ, ਪਰਿਵਾਰ, ਰਿਸ਼ਤੇਦਾਰ, ਸਾਕ ਸੰਬੰਧੀ, ਜੋ ਇਹ ਪਸਾਰਾ ਸਾਨੂੰ ਨਜ਼ਰ ਆ ਰਿਹਾ ਹੈ, ਜਿਹੜਾ ਸਾਨੂੰ ਆਪਣੇ ਮੋਹ ਵਿੱਚ ਫਸਾ ਰਿਹਾ ਹੈ, ਗੁਰੂ ਮਹਾਰਾਜ ਨੇ ਇਸ ਵਿੱਚੋਂ ਰਹਿ ਕੇ ਇਸ ਸਾਰੇ ਪਸਾਰੇ 'ਚੋਂ ਆਪਾਂ ਉਪਰਾਮ ਜ਼ਿੰਦਗੀ ਜਿਉਣੀ ਹੈ, ਇਸ ਦੇ ਵਿੱਚੋਂ ਮੁਕਤ ਹੋਣਾ ਹੈ। ਔਖਾ ਇਸ ਕਰਕੇ ਹੈ ਕਿਉਂਕਿ ਬੇੜੀ ਨੂੰ ਸਮੁੰਦਰ ਵਿੱਚ ਪਾ ਕੇ ਔਰ ਸਮੁੰਦਰ ਵਿੱਚੋਂ ਡੁੱਬਣ ਨਾ ਦੇਣਾ ਬੜਾ ਮੁਸ਼ਕਿਲ ਕੰਮ ਹੁੰਦਾ ਹੈ, ਕਿਉਂਕਿ ਲਹਿਰਾਂ ਵੀ ਨੇ, ਸਮੁੰਦਰ ਦੀ ਡੂੰਘਾਈ ਵੀ ਬਹੁਤ ਹੈ, ਬੜਾ ਮੁਸ਼ਕਿਲ ਕੰਮ ਹੈ। ਪਰ ਇੱਕ ਗੱਲ ਇਹ ਵੀ ਯਾਦ ਰੱਖਿਓ ਕਿ ਜਦੋਂ ਵੀ ਬੇੜੀ ਚੱਲਦੀ ਹੈ ਨਾ, ਉਹ ਸਮੁੰਦਰ ਵਿੱਚ ਹੀ ਚੱਲਦੀ ਹੈ, ਪਾਣੀ ਵਿੱਚ ਹੀ ਚੱਲਦੀ ਹੈ। ਤੁਸੀਂ ਕਹੋ ਵੀ ਪਾਣੀ ਤੋਂ ਪਾਸੇ ਕਰਕੇ ਅਸੀਂ ਮਰੂਥਲ ਦੇ ਉੱਤੇ ਬੇੜੀ ਚਲਾਵਾਂਗੇ, ਅਸੀਂ ਫਰਸ਼ ਦੇ ਉੱਤੇ ਬੇੜੀ ਚਲਾਵਾਂਗੇ, ਬੇੜੀ ਉੱਥੇ ਚੱਲ ਨਹੀਂ ਸਕਦੀ। ਕੋਈ ਕਵੇ ਵੀ ਜਗਤ ਵਿੱਚੋਂ ਮੈਂ ਪਾਸੇ ਹੋ ਕੇ ਬਹਿ ਜਾਂਦਾ, ਪਹਾੜਾਂ 'ਤੇ ਚਲਾ ਜਾਂਦਾ, ਕਿਸੇ ਹੋਰ ਪਾਸੇ ਚਲਾ ਜਾਂਦਾ ਅਤੇ ਇਹ ਜੰਜਾਲਾਂ ਤੋਂ ਬਚ ਜਾਵਾਂਗਾ। ਇਹ ਜੰਜਾਲਾਂ ਤੋਂ ਨਹੀਂ ਬਚਿਆ ਤੂੰ ਅਸਲ ਦੇ ਵਿੱਚ ਤੂੰ ਗੁਰਮਤਿ ਦੇ ਸਿਧਾਂਤ ਨੂੰ ਸਮਝਿਆ ਹੀ ਨਹੀਂ, ਸਗੋਂ ਹੋਰ ਨਵੇਂ ਜੰਜਾਲ ਪਾਲ ਰਹੇ ਨੇ। ਗੁਰੂ ਨਾਨਕ ਪਾਤਸ਼ਾਹ ਨੇ ਕਿਉਂ ਸਿੱਧਾਂ ਜੋਗੀਆਂ ਨੂੰ ਕਿਹਾ ਸੀ ਵੀ ਤੁਸੀਂ ਇੱਕ ਪਾਸੇ ਘਰ ਛੱਡ ਦਿੱਤਾ, ਬੱਚੇ ਛੱਡ ਦਿੱਤੇ ਅਤੇ ਦੂਜੇ ਪਾਸੇ ਜਾ ਕੇ ਆਪਣੇ ਚੇਲੇ ਬਣਾ ਲਏ। ਮਹਾਰਾਜ ਕਹਿੰਦੇ ਇਹ ਗੱਲ ਉੱਥੇ ਦੀ ਉੱਥੇ ਹੀ ਰਹੀ। ਸਿਰਫ ਤੁਸੀਂ ਇੱਕ ਘਰ ਛੱਡਿਆ, ਇੱਕ ਪੁੱਤਰ ਛੱਡਿਆ, 10-10, 20-20, 100-100 ਚੇਲੇ ਬਣਾ ਕੇ ਉਹਨਾਂ ਨੂੰ ਪੁੱਤਰਾਂ ਦੀ ਤਰ੍ਹਾਂ ਉਹਨਾਂ ਕੋਲੋਂ ਸੇਵਾ ਲੈ ਰਹੇ ਹੋ। ਗੱਲ ਤਾਂ ਉੱਥੇ ਦੀ ਉੱਥੇ ਹੀ ਰਹੀ। ਗੱਲ ਤਾਂ ਇਹ ਸੀ ਵੀ ਉਹਨਾਂ ਵਿੱਚੋਂ ਉਪਰਾਮ ਹੁੰਦੇ। ਗੁਰਮਤਿ ਨੇ ਸਾਨੂੰ ਇਹ ਸਿਧਾਂਤ ਬਖਸ਼ੇ ਹਨ ਕਿ ਅਸੀਂ ਪਰਿਵਾਰ ਨਹੀਂ ਛੱਡਣਾ, ਅਸੀਂ ਇਸ ਮਾਇਆ ਦੇ ਵਿੱਚ ਰਹਿ ਕੇ, ਇਸ ਕੀਚੜ ਵਿੱਚ ਰਹਿ ਕੇ ਕਮਲ ਦੇ ਫੁੱਲ ਵਾਂਗ ਖਿੜਨਾ ਸਿੱਖਣਾ ਹੈ। ਜਿਵੇਂ ਕਮਲ ਦਾ ਫੁੱਲ ਚਿੱਕੜ ਦੇ ਅੰਦਰ ਪੈਦਾ ਹੁੰਦਾ ਹੈ ਪਰ ਕਦੀ ਵੀ ਉਸ ਦੇ ਵਿੱਚ ਡੁੱਬਦਾ ਨਹੀਂ ਹੈ। ਜਿਹੜਾ ਬੰਦਾ ਕਹਿੰਦਾ ਵੀ ਮੈਂ ਘਰ ਛੱਡ ਕੇ ਪਾਸੇ ਹੋ ਜਾਂਦਾ, ਉਹ ਤਾਂ ਜ਼ਿੰਮੇਵਾਰੀਆਂ ਛੱਡ ਕੇ ਜਾ ਰਿਹਾ ਹੈ। ਉਸ ਨੂੰ ਤੇ ਸਤਿਗੁਰ ਕਹਿੰਦੇ ਨੇ ਗ੍ਰਹਿ ਤਜ ਬਨਖੰਡ ਜਾਈਐ, ਚੁਨ ਖਾਈਐ ਕੰਧਾ, ਅਜਹੂ ਵਿਕਾਰ ਨ ਛੋਡਈ ਪਾਪੀ ਮਨ ਮੰਦਾ, ਕਿਉ ਛੂਟੋਂ ਕੈਸੇ ਤਨੋਂ ਭੋਜਲ ਨਿਤ ਭਾਰੀ, ਰਾਖ ਰਾਖ ਮੇਰੇ ਬੀਠਲਾ ਜਨ ਸਰਨ ਤੁਮਾਰੀ। ਵਿਖੈ ਵਿਖੈ ਕੀ ਵਾਸਨਾ ਤਜੀ ਨਾ ਜਾਏ। ਇਹ ਜਿਹੜੀ ਵਾਸਨਾ ਹੈ ਨਾ, ਇਹ ਘਰ ਛੱਡਣ ਨਾਲ ਨਹੀਂ ਛੱਡੀ ਜਾਂਦੀ। ਇਹ ਤਾਂ ਵਾਸਨਾ ਦੇ ਵਿਚਾਰ ਛੱਡਾਂਗੇ, ਵਾਸਨਾ ਦਾ ਖਿਆਲ ਭੁਲਾਵਾਂਗੇ ਤਾਂ ਜਾ ਕੇ ਇਹ ਛੱਡੀ ਜਾਣੀ ਹੈ। ਕੋਈ ਘਰ ਚੇਂਜ ਕਰ ਲਵੇ ਉਸ ਦੇ ਨਾਲ ਵਾਸਨਾ ਥੋੜ੍ਹੀ ਚੇਂਜ ਹੋ ਜਾਂਦੀ ਹੈ, ਜਾਂ ਕੋਈ ਘਰ ਚੇਂਜ ਕਰ ਲਵੇ ਆਦਤਾਂ ਥੋੜ੍ਹੀਆਂ ਚੇਂਜ ਹੋ ਜਾਂਦੀਆਂ। ਕੋਈ ਕਲੋਨੀ ਚੇਂਜ ਕਰ ਲਵੇ ਤਾਂ ਬੰਦੇ ਦਾ ਸੁਭਾਅ ਥੋੜ੍ਹੀ ਚੇਂਜ ਹੋ ਜਾਂਦਾ। ਸੁਭਾਅ ਚੇਂਜ ਕਰਨਾ ਹੈ। ਇਹ ਗੱਲ ਕਹਿ ਕੇ ਸਮਾਪਤੀ ਕਰਾਂ। ਇੱਕ ਬੰਦੇ ਨੇ ਇੱਕ ਦੂਜੇ ਪਿੰਡ ਦੇ ਲੋਕਾਂ ਨੂੰ ਜਾ ਕੇ ਕਿਹਾ ਵੀ ਸਾਡੇ ਪਿੰਡ ਦੇ ਲੋਕ ਬੜੇ ਚੰਗੇ ਸਨ, ਸਾਡੇ ਪਿੰਡ ਦੇ ਵਿੱਚ ਅੱਗ ਲੱਗ ਗਈ, ਸਾਡਾ ਪੂਰਾ ਪਿੰਡ ਸੜ ਕੇ ਸੁਆਹ ਹੋ ਗਿਆ, ਆਪਣੇ ਨਗਰ ਦੇ ਅੰਦਰ ਮੈਨੂੰ ਥਾਂ ਦਿਓ। ਉਹਨਾਂ ਨੇ ਕਿਹਾ ਠੀਕ ਹੈ, ਥਾਂ ਮਿਲ ਜਾਏਗੀ। ਨਗਰ ਦੇ ਸਰਪੰਚ ਨੇ ਕਿਹਾ। ਉਸੀ ਨਗਰ ਦਾ ਦੂਜਾ ਬੰਦਾ ਆਇਆ, ਉਹ ਕਹਿੰਦਾ ਵੀ ਮੇਰੇ ਪਿੰਡ 'ਚ ਅੱਗ ਲੱਗ ਗਈ ਹੈ ਔਰ ਤੁਸੀਂ ਮੈਨੂੰ ਥਾਂ ਦਿਓ। ਉਹ ਪੁੱਛਦਾ ਤੇਰੇ ਪਿੰਡ ਦੇ ਲੋਕ ਕਿੱਦਾਂ ਸਨ? ਕਹਿੰਦੇ ਬੜੇ ਮਾੜੇ ਸਨ, ਮੈਂ ਰੋਜ਼ ਹੀ ਅਰਦਾਸਾਂ ਕਰਦਾ ਸੀ ਕਿਤੇ ਮੇਰਾ ਪਿੰਡ ਸੜ ਜਾਏ।
ਉਹ ਕਹਿੰਦਾ ਵੀ ਤੈਨੂੰ ਥਾਂ ਨਹੀਂ ਮਿਲਣੀ। ਐਲਕਾਰ ਕਰਨ ਲੱਗੇ ਵੀ ਪਹਿਲਾ ਬੰਦਾ ਆਇਆ ਸੀ, ਉਹਨੇ ਵੀ ਕਿਹਾ ਵੀ ਮੇਰਾ ਪਿੰਡ ਦੇ ਵਿੱਚ ਅੱਗ ਲੱਗ ਗਈ ਹੈ, ਤੁਸੀਂ ਥਾਂ ਦਿਓ ਉਹਨੂੰ, ਤੇ ਕਹਿ ਦਿੱਤਾ ਤੈਨੂੰ ਥਾਂ ਮਿਲ ਜਾਏਗੀ। ਇਸ ਬੰਦੇ ਨੂੰ ਕਿਹਾ ਵੀ ਤੈਨੂੰ ਥਾਂ ਨਹੀਂ ਮਿਲਣੀ। ਆਖਣ ਲੱਗਾ ਜਿਹੜਾ ਬੰਦਾ ਆਪਣੇ ਨਗਰ ਦੇ ਵਾਸਤੇ ਰੋਜ਼ ਇਹ ਅਰਦਾਸਾਂ ਕਰਦਾ ਸੀ ਮੇਰਾ ਨਗਰ ਸੜ ਕੇ ਸੁਆਹ ਹੋ ਜਾਏ, ਕੱਲ੍ਹ ਨੂੰ ਉਹ ਇੱਥੇ ਆ ਕੇ ਵੀ ਸਾਡੇ ਨਗਰ ਦੇ ਵਾਸਤੇ ਇਹੀ ਅਰਦਾਸਾਂ ਕਰੇਗਾ, ਕਿਉਂਕਿ ਉਹਦੀ ਸੋਚ ਵਿਚਾਰ ਹੀ ਇੱਦਾਂ ਦੀ ਹੈ, ਕਿਉਂਕਿ ਉਸਦੀ ਇੱਕ ਆਦਤ ਅਤੇ ਹੈਬਿਟ ਬਣ ਚੁੱਕੀ ਹੈ। ਚਾਹੀਦਾ ਇਹ ਹੈ ਕਿ ਸਾਨੂੰ ਆਪਣੀ ਆਦਤ ਨੂੰ ਚੇਂਜ ਕਰਨਾ ਹੈ। ਨਗਰ ਚੇਂਜ ਕਰਨ ਦੇ ਨਾਲ, ਘਰ ਚੇਂਜ ਕਰਨ ਦੇ ਨਾਲ, ਕਦੋਂ ਦੇ ਬੰਧਨ ਦੇ ਨਾਲ, ਜੇ ਅਸੀਂ ਕਹੀਏ ਵੱਡੀ ਸੁਸਾਇਟੀ 'ਚ ਕਿਤੇ ਜਾਈਏ ਤਾਂ ਉਸਦੇ ਨਾਲ ਸਾਡਾ ਕੀ ਬਣੇਗਾ? ਜੇ ਸਾਡੀ ਵਿਚਾਰ ਨੀਵੀਂ ਹੈ, ਜੇ ਸਾਡੇ ਸਿਧਾਂਤਕ ਪੱਖ ਨੀਵੇਂ ਨੇ, ਸਾਡਾ ਆਚਰਨ ਨੀਵਾਂ ਹੈ, ਤਾਂ ਅਸੀਂ ਉੱਚੇ ਜੀਵਨ ਵਾਲੇ ਨਹੀਂ ਬਣ ਸਕਦੇ। ਇਸ ਕਰਕੇ ਸਾਨੂੰ ਲੋੜ ਹੈ ਇਸ ਗੱਲ ਨੂੰ ਸਮਝਣ ਦੀ ਔਰ ਇਹ ਵਿਚਾਰ ਮਨੋਂ ਕੱਢਣ ਦੀ ਕਿ ਰਾਵਣ ਵਰਗੇ ਜਿਨ੍ਹਾਂ ਨੂੰ ਲੋਕ ਬਹੁਤ ਵੱਡਾ ਸਮਝਦੇ ਸਨ, ਔਰ ਉਸ ਰਾਵਣ ਦਾ ਇਹ ਖਿਆਲ ਸੀ ਵੀ ਉਹ ਬੜਾ ਧਨ ਵਾਲਾ ਸੀ, ਬੜਾ ਬਲੀ ਸੀ, ਪਰਿਵਾਰ ਵਾਲਾ ਸੀ, ਉਸ ਦਾ ਵੀ ਹੁਣ ਕਿਤੇ ਨਾਮ ਨਿਸ਼ਾਨ ਨਹੀਂ ਰਿਹਾ। ਭਾਵੇਂ ਕੋਈ ਵੱਡਾ ਹੋਵੇ, ਭਾਵੇਂ ਕੋਈ ਛੋਟਾ ਹੋਵੇ, ਸੰਸਾਰ ਤੋਂ ਸਾਰਿਆਂ ਨੇ ਹੀ ਜਾਣਾ ਹੈ। ਇੱਥੇ ਸਭ ਕੁਝ ਨਾਸਵੰਤ ਹੈ। ਇਸ ਕਰਕੇ ਇਸ ਜ਼ਿੰਦਗੀ ਦੇ ਨਾਸ ਹੋਣ ਤੋਂ ਪਹਿਲਾਂ ਆਪਣੇ ਜੀਵਨ ਨੂੰ ਗੁਰਮਤਿ ਨਾਲ ਜੋੜ ਕੇ ਔਰ ਗੁਰਮਤਿ ਸਿਧਾਂਤਾਂ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਇਸ ਮਾਇਆ ਦੇ ਮੋਹ ਦੇ ਵਿੱਚੋਂ ਜੋ ਅਸੀਂ ਭਟਕ ਰਹੇ ਹਾਂ, ਦੁਖੀ ਹੋ ਰਹੇ ਹਾਂ, ਇਸ ਤੋਂ ਉਪਰਾਮ ਕਰੀਏ, ਰਹੀਏ ਇਸ ਮਾਇਆ ਵਿੱਚ, ਪਰਿਵਾਰ ਦੇ ਵਿੱਚ, ਸੰਸਾਰ ਦੇ ਵਿੱਚ, ਪਰ ਆਪਣੇ ਫਰਜ਼ ਨਿਭਾਉਂਦੇ ਹੋਏ ਇਸ ਕਲ ਕਲੇਸ਼ ਤੋਂ ਬਚਣ ਵਾਸਤੇ ਗੁਰਮਤਿ ਦਾ ਪੱਲਾ ਫੜ ਲਈਏ। ਫਿਰ ਸਾਡੇ ਹੋ ਜਾਣਗੇ ਇਹ ਲੋਕ ਸੁਖੀਏ ਪਰ ਲੋਕ ਸਵੇਲੇ ਨਾਨਕ ਹਰਿ ਭਉ ਆਪੇ ਮਿਲੇ। ਧੰਨਵਾਦ ਜੀ ਸਾਰਿਆਂ ਦਾ। ਇਤਨੇ ਬਚਨ ਪ੍ਰਵਾਨ ਕਰੋ। ਬੇਅੰਤ ਭੁੱਲਾਂ ਦੀ ਖਿਮਾ, ਫਤਿਹ ਦੀ ਸਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।